BTV देख रहे सारे दर्शकों का स्वागत। मैं हाँ लवदी बडियाल। ਅੱਜ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਪੁਆਇੰਟ, ਜਿਸ ਦੇ ਵਿੱਚ ਅਸੀਂ ਚਰਚਾ ਕਰਾਂਗੇ ਅੱਜ ਦੀਆਂ ਅਹਿਮ ਖਬਰਾਂ ਤੇ ਕੁਝ ਅਹਿਮ ਮੁੱਦਿਆਂ ਤੇ। ਇਹਨਾਂ ਅਹਿਮ ਖਬਰਾਂ ਤੇ ਮੁੱਦਿਆਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸ਼ਿਵਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸ਼ਿਵਿੰਦਰ ਜੀ। ਸ਼ਿਵਿੰਦਰ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ ਸੰਸਦ ਭਵਨ ਦੀ। ਸੰਸਦ ਭਵਨ ਨਵਾਂ ਬਣ ਚੁੱਕਿਆ ਤੇ ਜਿਸ ਦੇ ਵਿੱਚ ਅੱਜ ਤੋਂ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਨਵੇਂ ਸੰਸਦ ਭਵਨ ਦੀ ਕਾਰਵਾਈ ਸ਼ੁਰੂ ਹੋਈ ਹੈ। ਇਹ ਪਤਾ ਹੀ ਸੀਗਾ ਕਿ ਨਵਾਂ ਸੰਸਦ ਭਵਨ ਦੀ ਉਸਾਰੀ ਹੋ ਚੁੱਕੀ ਸੀ। ਸਰਕਾਰ ਚਾਹੁੰਦੀ ਵੀ ਸੀਗੀ ਕਿ ਇਹਦਾ ਉਹਦੇ ਹੁੰਦੇ ਹੁੰਦੇ ਇਸ ਸਾਲ ਦੇ ਵਿੱਚ ਜਿਹੜਾ ਹੈਗਾ ਉਹ ਕਾਰਵਾਈ ਸ਼ੁਰੂ ਹੋਵੇ। ਅੱਜ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦੇ ਵਿੱਚ ਭਾਸ਼ਣ ਦੇ ਰਹੇ ਨੇ। ਕੱਲ ਵਾਲੇ ਪੁਰਾਣੇ ਵਿੱਚ ਵੀ 52 ਮਿੰਟ ਭਾਸ਼ਣ ਦਿੱਤੇ ਸੀ, ਅੱਜ ਵਾਲਾ ਟਾਈਮ ਵੀ ਸ਼ਾਇਦ ਜ਼ਿਆਦਾ ਲੈਣਾ ਉਹ। ਤੇ ਜਦੋਂ ਮੈਂ ਆਇਆ ਤੁਹਾਡੇ ਨਾਲ ਗੱਲ ਕਰਨ ਤਾਂ ਨਰਿੰਦਰ ਮੋਦੀ ਹੁਣੇ ਭਾਸ਼ਣ ਕਰ ਰਹੇ ਸੀਗੇ ਤੇ ਉਦੋਂ ਇਹਦੇ ਵਿੱਚ ਨਵੇਂ ਵਿੱਚ ਕੁਝ ਬਿੱਲ ਪਾਸ ਹੋਣ ਦੀ ਸੰਭਾਵਨਾ ਹੈਗੀ ਆ। ਹਾਲੇ ਆਪਾਂ ਮਹਿਲਾ ਰਾਖਵਾਂਕਰਨ ਬਿੱਲ ਵੀ ਸ਼ਾਇਦ ਜਿਹੜਾ ਹੈਗਾ ਸੰਸਦ ਵਿੱਚ ਆ ਜਾਵੇ, ਇਹਨੂੰ ਕੈਬਨਿਟ ਮਨਜ਼ੂਰੀ ਮਿਲ ਜਾਏ, ਕਿਉਂਕਿ ਲੋਕ ਸਭਾ ਦੇ ਵਿੱਚ ਪੇਸ਼ ਹੋ ਗਿਆ ਸੀ, ਇਹ ਰਾਜ ਸਭਾ ਚ ਪੇਸ਼ ਹੋ ਗਿਆ ਸੀ। ਲੋਕ ਸਭਾ ਦੇ ਵਿੱਚ ਅੱਜ ਪੇਸ਼ ਹੋਏਗਾ ਕਿ ਨਹੀਂ ਇਹ ਦੇਖਣਾ ਹੋਏਗਾ। ਹੋ ਸਕਦਾ ਅੱਜ ਹੀ ਇਹ ਹੋ ਜਾਵੇ। ਜੇ ਹੁੰਦਾ ਤਾਂ ਕੈਬਨਿਟ ਮਨਜ਼ੂਰੀ ਮਿਲ ਜਾਂਦੀ ਹੈ। ਜੇ ਕੈਬਨਿਟ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹਨੂੰ ਮੋਦੀ ਸਰਕਾਰ ਆਪਣੀ ਬਹੁਤ ਵੱਡੀ ਪ੍ਰਾਪਤੀ ਦੱਸੇਗੀ। ਭਾਵੇਂ ਕਿ ਇਹ ਕਾਂਗਰਸ ਸਰਕਾਰ ਦੇ ਵੇਲੇ ਪਾਸ ਹੁੰਦਾ ਰਹਿ ਗਿਆ ਸੀਗਾ, ਉਦੋਂ ਕਿ ਇਲੈਕਸ਼ਨ ਅਨਾਉਂਸਮੈਂਟ ਹੋ ਗਈ, ਕੁਝ ਹੋਰ ਪਾਰਟੀਆਂ ਪੋਲੀਟੀਕਲ ਪਾਰਟੀਆਂ ਦੇ ਡਿੱਕੇ ਸੀਗੇ ਤੇ ਹਾਲਾਂਕਿ ਇਹਦਾ ਸਵਾਗਤ ਜਿਹੜਾ ਕਾਂਗਰਸ ਨੇ ਵੀ ਕੀਤਾ, ਹੋਰ ਪਾਰਟੀਆਂ ਨੇ ਵੀ ਕੀਤਾ ਵੀ ਜੇ ਤੁਸੀਂ ਲਿਆਉਣੇ ਹੋ ਤਾਂ ਸਵਾਗਤ ਹੈ। ਕਿਉਂਕਿ ਇਹਦੇ ਕੀ ਹੋਇਆ ਕਿ ਕੱਲ ਇੱਕ ਮੰਤਰੀ ਨੇ ਇਹਦੇ ਬਾਰੇ ਇੱਕ ਡਿਟੇਲ ਪਾਈ ਟਵਿੱਟਰ ਦੇ ਉੱਤੇ, ਫਿਰ ਡਿਲੀਟ ਕਰ ਦਿੱਤੀ। ਤੇ ਇਹਦਾ ਮਤਲਬ ਕੀ ਹੈ ਕਿ ਸ਼ਾਇਦ ਕੋਈ ਚਰਚਾ ਚੱਲਦੀ ਹੈ ਜੀ ਇਹ ਲੈ ਆਉਣ ਇਸ ਤਰ੍ਹਾਂ ਦਾ ਬਿੱਲ ਕਿ ਔਰਤਾਂ ਨੂੰ 33% ਦੀ ਰਾਖਵਾਂਕਰਨ ਮਿਲ ਜੇ। ਤਾਂ ਇਹ ਬਿੱਲ ਕੁਝ ਹੋਰ ਬਿੱਲ ਨੇ ਜਿਹੜੇ ਕਿ ਬਿੱਲਾਂ ਦੇ ਬਾਰੇ ਪਹਿਲਾਂ ਚਰਚਾ ਹੋ ਚੁੱਕੀ ਆ। 3-4 ਬਿੱਲ ਉਸ ਤਰ੍ਹਾਂ ਦੇ ਵੀ ਪਾਸ ਹੋ ਸਕਦੇ ਨੇ। ਇਹ ਇੱਕ ਨਵਾਂ ਹੋਏਗਾ। ਤੇ ਪੁਰਾਣੀ ਸੰਸਦ ਵਿੱਚ ਕੱਲ ਪ੍ਰਧਾਨ ਮੰਤਰੀ ਦਾ ਅਸੀਂ ਭਾਸ਼ਣ ਦੇਖਿਆ ਸੀ, ਉਹਦੇ ਵਿੱਚ ਉਹਨਾਂ ਨੇ ਸਾਰਾ ਨਹਿਰੂ ਕਾਲ ਤੋਂ ਲੈ ਕੇ ਜਿਹੜਾ ਹੈਗਾ ਮਨਮੋਹਨ ਸਿੰਘ ਕਾਲ ਤੱਕ ਗੱਲਾਂ ਕੀਤੀਆਂ। ਨਾਲ ਹੀ ਉਹਦੇ ਵਿੱਚ ਉਹਨਾਂ ਨੇ ਆਪਣੀ ਸਿਆਸਤ ਦੀ ਵੀ ਗੱਲ ਕਰ ਲਈ, ਸਿਆਸੀ ਗੱਲ ਵੀ। ਮਨਮੋਹਨ ਸਿੰਘ ਵੇਲੇ ਜਿਹੜਾ ਨੋਟਾਂ ਬਦਲੇ ਪੈਸੇ ਵਾਲਾ ਇਸ਼ੂ ਆਇਆ ਉਹਦਾ ਵੀ ਜ਼ਿਕਰ ਕਰ ਲਿਆ। ਹਾਲਾਂਕਿ ਮਨਮੋਹਨ ਸਿੰਘ ਵੇਲੇ ਜਿਹੜਾ ਨੋਟ ਸਵਾਲ ਪੁੱਛਣ ਬਦਲੇ ਪੈਸੇ ਸੀ, ਉਹਦੇ ਵਿੱਚ ਜ਼ਿਆਦਾਤਰ ਸਵਾਲ ਪੁੱਛਣ ਵਾਲੇ BJP ਵਾਲੇ ਬੰਦੇ ਸੀਗੇ, ਜਿਨ੍ਹਾਂ ਨੇ ਰਾਜ ਸਭਾ ਦੇ ਵਿੱਚ ਤੇ ਕਿਹਾ ਕਿ ਅਸੀਂ ਸਵਾਲ ਪੁੱਛਾਂਗੇ, ਕਿਹੜੇ ਸਵਾਲ ਪੁੱਛਣੇ ਉਹਦੇ ਪੈਸੇ ਲਏ ਸੀਗੇ। ਇਹ ਸ਼ਾਇਦ ਦੱਸਣਾ ਭੁੱਲ ਗਏ ਸ਼ਾਇਦ ਪ੍ਰਧਾਨ ਮੰਤਰੀ। ਤੇ ਇਹਦੇ ਨਾਲ ਦੀ ਨਾਲ ਹੀ ਤੁਸੀਂ ਦੇਖੋ ਕਿ ਕੱਲ ਵਾਲਾ ਟੋਟਲੀ ਉਹਨਾਂ ਨੇ ਨਾ ਇੱਕ ਤਰ੍ਹਾਂ ਨਾਲ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਹ ਸਫ਼ਰ ਕੀਤਾ। ਇਹਦੇ ਵਿੱਚ ਗੱਲਾਂ ਚ ਵਿਰੋਧੀ ਧਿਰ ਦੇ ਉੱਤੇ ਅਟੈਕ ਕਰਨ ਦੀ ਵੀ ਕੋਸ਼ਿਸ਼ ਕੀਤੀ, ਜਿਹੜੀ ਉਹਨਾਂ ਨੂੰ ਇੱਕ ਆਦਤ ਹੈ ਸਾਡੇ ਪ੍ਰਧਾਨ ਮੰਤਰੀ ਨੂੰ। ਸੋ 52 ਮਿੰਟ ਦਾ ਭਾਸ਼ਣ ਸੀ, ਮੈਨੂੰ ਕੰਮ ਦੀ ਗੱਲ ਤਾਂ ਕੋਈ ਜ਼ਿਆਦਾ ਲੱਗੀ ਨਹੀਂ ਹੈਗੀ। ਤੁਸੀਂ ਇਹਨੂੰ ਸੰਖੇਪ ਚ ਵੀ ਕਰ ਸਕਦੇ ਸੀਗੇ। ਨਵੀਂ ਜਿਹੜੀ ਸੰਸਦ ਦੇ ਵਿੱਚ ਆਏ ਹੋ, ਉਹ ਨਵੀਂ ਸੰਸਦ ਦਾ ਜਿਹੜਾ ਪੂਰਾ ਚਿਹਰਾ ਮੋਹਰਾ ਉਹਦੇ ਬਾਰੇ ਪਹਿਲਾਂ ਬਹੁਤ ਗੱਲ ਹੋ ਚੁੱਕੀ ਆ। ਹੁਣ ਮੈਂ ਦੁਬਾਰੇ ਦੁਹਰਾਉਣਾ ਨਹੀਂ ਚਾਹੁੰਦਾ ਹੈਗਾ ਵੀ ਉਹ ਇੱਕ ਲੋਕਤੰਤਰ ਦਾ ਸਿੰਬਲ ਘੱਟ ਲੱਗਦੀ ਹੈ, ਰਾਜਾਸ਼ਾਹੀ ਦਾ ਸਿੰਬਲ ਵੱਧ ਲੱਗਦੀ ਹੈ। ਜਿੱਦਾਂ ਉਹਦਾ ਸ਼੍ਰੀ ਗਣੇਸ਼ ਕੀਤਾ ਗਿਆ, ਉਦਘਾਟਨ ਕੀਤਾ ਗਿਆ, ਜੋ ਕਿ ਰਾਸ਼ਟਰਪਤੀ ਸਾਹਿਬ ਵੱਲੋਂ ਕੀਤਾ ਜਾਂਦਾ ਹੁੰਦਾ ਹੈ, ਉਹ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ। ਹੁਣ ਵੀ ਉਹਦੇ ਵਿੱਚ ਮੋਹਰੀ ਭੂਮਿਕਾ ਉਹ ਆਪਣੀ ਨਿਭਾਉਣ ਲੱਗੇ ਹੋਏ ਨੇ। ਉਹਦੇ ਅਸਲ 'ਚ ਇਹ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੂੰ ਇੱਕ ਕੰਪਲੈਕਸ ਜਿਹਾ ਹੈ। ਉਹ ਨਹਿਰੂ ਤੋਂ ਵੱਡਾ ਲੀਡਰ ਬਣਨ ਦੀ ਹੋੜ ਦੇ ਵਿੱਚ ਹੈਗੇ ਨੇ, ਜਾਂ ਵਿਸ਼ਵ ਲੀਡਰ ਬਣਨ ਦੀ ਹੋੜ ਦੇ ਵਿੱਚ। ਉਹਦੇ ਵਿੱਚ ਇਹ ਹੈ ਕਿ ਵਿਸ਼ਵ ਲੀਡਰ ਬਣਨ ਲਈ ਤੁਹਾਨੂੰ ਚੰਗੇ ਕੰਮ, ਥੋੜਾ ਸਿਆਣਾ ਹੋਣਾ, ਇੰਟੈਲੀਜੈਂਟ ਹੋਣਾ ਜ਼ਰੂਰੀ ਹੈ। ਤੇ ਉਹ ਸੋਸ਼ੇਬਾਜ਼ੀ ਸਿਰ ਤੇ ਜਿਹੜਾ ਹੈਗਾ ਵੱਡਾ ਲੀਡਰ ਬਣਨਾ ਚਾਹੁੰਦੇ ਨੇ। ਅੱਜ ਕੱਲ੍ਹ ਦਾ ਯੁੱਗ ਵੀ ਇਹੋ ਜਿਹਾ ਕਿ ਚਾਹੇ ਸੋਸ਼ਲ ਮੀਡੀਆ ਦੇ ਸਟਾਰ ਦੇਖ ਲਓ ਜਾਂ ਹੋਰ ਉੱਥੋਂ ਲੈ ਕੇ ਲੀਡਰਾਂ ਤੱਕ ਦੇਖ ਲਓ, ਉਹ ਸੋਸ਼ੇਬਾਜ਼ੀ ਥਰੂ ਵੱਡੇ ਲੀਡਰ ਬਣਨਾ ਚਾਹੁੰਦੇ ਨੇ। ਪਰ ਕਈ ਵਾਰ ਆਪਣੀ ਬੇਇੱਜ਼ਤੀ ਵੀ ਸਾਹਮਣੇ ਆ ਜਾਂਦੀ ਹੈ। ਜਿਵੇਂ ਪਿੱਛੇ ਜੇ ਅਮਰੀਕੀ ਰਾਸ਼ਟਰਪਤੀ ਨਾਲ ਉਹਨੂੰ ਮਜ਼ਾਕ ਕਰ ਰਹੇ ਸੀਗੇ ਕਿ ਜੇ ਵਾਈਨ ਪੀਣੀ ਹੈ ਤਾਂ ਕਿਹੜੇ ਹੱਥ 'ਚ ਫੜੀ ਦੀ ਹੈ, ਤੇ ਜੇ ਉਂਝ ਪੀਣਾ ਤਾਂ ਕਿਹੜੇ ਹੱਥ 'ਚ ਫੜੀ ਦੇ। ਉਹ ਅੰਗਰੇਜ਼ੀ ਵੀ ਉਹਨਾਂ ਨੂੰ ਸਮਝ ਨਹੀਂ ਆਈ ਸੀਗੀ। ਅਸੀਂ ਇਹ ਨਹੀਂ ਕਹਿੰਦੇ ਕਿ ਅੰਗਰੇਜ਼ੀ ਨਾ ਆਉਣ ਵਾਲਾ ਬੰਦਾ ਸਿਆਣਾ ਨਹੀਂ ਹੁੰਦਾ, ਕਈ ਅੱਛੇ ਬੰਦੇ ਨੂੰ ਅੰਗਰੇਜ਼ੀ ਨਹੀਂ ਆਉਂਦੀ, ਪਰ ਜਿਹੜੀ ਉਹ ਇੱਕ ਦਿਖਾਵਾ ਕਰਦੇ ਨੇ ਕਿ ਹਾਂ ਮੈਨੂੰ ਸਮਝ ਆਉਂਦੀ ਹੈ ਤੇ ਉਹ ਚੀਜ਼ ਸਮਝ ਨਹੀਂ ਆਉਂਦੀ ਹੈਗੀ। ਉਹਦੇ ਕਰਕੇ ਉਹ ਆਪਣੀ ਬੇਇੱਜ਼ਤੀ ਵੀ ਕਰਾਉਂਦੇ ਹੈਗੇ ਨੇ। ਕਈ ਮਾਮਲਿਆਂ ਬਾਰੇ, ਇਤਿਹਾਸ ਦੀ ਜਾਣਕਾਰੀ, ਹੋਰ ਚੀਜ਼ਾਂ ਬਾਰੇ ਉਹ ਕਾਫੀ ਫਸੱਡੀ ਸਾਬਤ ਹੁੰਦੇ ਨੇ ਪ੍ਰਧਾਨ ਮੰਤਰੀ। ਸੋ ਤੁਸੀਂ ਸੱਚ ਬੋਲਣ ਦੀ ਜਿਹੜੀ ਨੈਤਿਕਤਾ ਉਹਦੇ ਵਿੱਚ ਵੀ ਉਹ ਕਿਤੇ ਨਾ ਕਿਤੇ ਥੱਲੇ। ਮੈਂ ਗੱਲਾਂ ਤਾਂ ਕਰ ਰਿਹਾ ਕਿਉਂਕਿ ਉਹ ਆਪਣੀ ਤੁਲਨਾ ਨਹਿਰੂ ਨਾਲ ਕਰ ਰਹੇ ਨੇ। ਉਹ ਕਿਉਂਕਿ ਉਹ ਇਹਨਾਂ ਗੱਲਾਂ 'ਚ ਬਹੁਤ ਇੰਟੈਲੀਜੈਂਟ ਸੀ। ਉਹਨੇ ਜਿਹੜਾ ਹੈਗਾ ਭਾਰਤ ਖੋਜ डिस्कवरी ऑफ इंडिया वर्गी किताब लिख चुका सी वो बंदा। सो इस चीज करके मैं ये गल कर रहा है। खैर
ਨਵੀਂ ਸੰਸਦ ਦੇ ਵਿੱਚ ਆ ਗਏ ਨੇ, ਕਾਮਨਾ ਕਰਦੇ ਆ ਕਿ ਜਿਹੜੀਆਂ ਪੁਰਾਣੀਆਂ ਆਦਤਾਂ ਨੇ ਲੀਡਰਾਂ ਦੀਆਂ ਉਹ ਠੀਕ ਹੋਣ। ਨਵੀਂ ਸੰਸਦ ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਣ, ਤੁਸੀਂ ਜਿਹੜਾ ਹੈਗਾ ਜਿਹੜੇ ਦਾਗੀ ਲੀਡਰਾਂ ਨੂੰ ਟਿਕਟਾਂ ਨਾ ਦਵੋ। ਕੱਲ ਦਾਗੀ ਲੀਡਰਾਂ ਬਾਰੇ ਆਪਾਂ ਗੱਲ ਵੀ ਕੀਤੀ ਸੀਗੀ, ਤੇ ਇਹੀ ਕਾਮਨਾ ਕਰ ਸਕਦੇ ਹਾਂ ਅਸੀਂ। ਜੀ ਸਿਰਫ ਕਾਮਨਾ ਹੀ ਕੀਤੀ ਜਾ ਸਕਦੀ, ਪਰ ਨਵੀਂ ਸੰਸਦ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਚਰਿੱਤਰ ਦੇ ਵਿੱਚ ਵੀ ਕੁਝ ਬਦਲਾਅ ਆਵੇ। ਚਰਿੱਤਰ ਦੇ ਵਿੱਚ ਵੀ ਬਦਲਾਅ ਆਵੇ। ਉਹ ਤਾਂ ਕੱਲ ਜਦੋਂ ਪ੍ਰਧਾਨ ਮੰਤਰੀ ਦਾ ਸ਼ਬਦ ਇੱਕ ਬੜਾ ਮੈਨੂੰ ਉਹ ਲੱਗਿਆ, ਅਨਡੈਮੋਕ੍ਰੈਟਿਕ ਲੱਗਿਆ, ਵੀ ਉਹ ਆਪਣੇ ਵਿਰੋਧੀਆਂ ਨੂੰ ਕਹਿ ਰਿਹਾ ਵੀ ਪੁਰਾਣੇ ਰੋਣੇ ਧੋਣੇ ਭੁੱਲ ਜਾਓ। ਰੋਣੇ ਧੋਣੇ ਕੀ ਹੁੰਦੇ ਨੇ, ਉਹ ਤੁਹਾਡੇ ਨਾਲ ਇਸ਼ੂ ਕਰ ਰਹੇ ਨੇ। ਫਿਰ ਪੁਰਾਣੇ ਰੋਣੇ ਧੋਣੇ ਦੀ ਜਗ੍ਹਾ ਤਾਂ ਅਸੀਂ ਇਹਨੂੰ ਐਂ ਕਹਿ ਸਕਦੇ ਹਾਂ ਵੀ ਤੁਸੀਂ ਵੀ ਪੁਰਾਣੀਆਂ ਆਦਤਾਂ ਛੱਡ ਦਿਓ। ਪੁਰਾਣੀਆਂ ਆਦਤਾਂ ਤੁਹਾਡੀਆਂ ਜਿਹੜੀਆਂ ਹੈਗੀਆਂ ਨੇ, ਝੂਠ ਬੋਲਣਾ, ਜਵਾਬਦੇਹੀ ਤੋਂ ਪਰਾਂ ਹੋਣਾ, ਜਾਂ ਇਹ ਕਰੋ ਕਿ ਨਵੀਂ ਸੰਸਦ ਵਿੱਚ ਪੈਰ ਪਾਇਆ, ਇੱਕ ਤਾਂ ਲਗਾਤਾਰ ਹਾਜ਼ਰੀ ਰੱਖੋ। ਜਿਵੇਂ ਮੱਲਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਦੋਵੇਂ ਸਦਨਾਂ 'ਚ ਹਾਜ਼ਰ ਰਿਹਾ ਕਰੂਗਾ, ਕਿਉਂਕਿ ਗੈਰ ਹਾਜ਼ਰ ਰਹਿੰਦਾ ਇਹ ਆਪਣੇ ਆਪ ਨੂੰ ਈਦ ਦਾ ਚਾਨੀ ਬਣ ਕੇ ਆਉਂਦਾ ਹੁੰਦਾ ਜਦੋਂ ਕਦੇ ਬੋਲਣਾ ਹੁੰਦਾ। ਤੇ ਇੱਕ ਇਸੇ ਖੁਸ਼ੀ ਦੇ ਵਿੱਚ ਇੱਕ ਮੀਡੀਆ ਨੂੰ ਪ੍ਰੈਸ ਮੀਟ ਦਿਓ, ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰੋ, ਮੀਡੀਆ ਨੂੰ ਮੀਡੀਆ ਦੇ ਰੂਬਰੂ ਹੋਵੋ। ਇਹ ਪਹਿਲਾ ਪ੍ਰਧਾਨ ਮੰਤਰੀ ਹੈ ਜਿਹਨੂੰ 10 ਸਾਲ ਹੋ ਜਾਣੇ ਆ, ਪਰ ਇੱਕ ਵੀ ਮੀਡੀਆ ਦੇ ਰੂਬਰੂ ਨਹੀਂ ਹੋਇਆ, ਇੱਕ ਵਾਰ ਵੀ ਮੀਡੀਆ ਦੇ ਨਾਲ ਸਵਾਲ ਜਵਾਬ ਦੇ ਰੂਬਰੂ ਹੋਇਆ ਹੋਵੇ, ਇੱਕ ਪ੍ਰੈਸ ਕਾਨਫਰੰਸ ਕਰ ਦੇਵੇ ਤੇ ਘੱਟੋ ਘੱਟ ਰਿਕਾਰਡ ਤਾਂ ਬਣ ਜਾਓ ਵੀ 10 ਸਾਲਾਂ 'ਚ ਮੈਂ ਇੱਕ ਕਾਨਫਰੰਸ ਕੀਤੀ ਹੈ। ਸ਼ਿਵਿੰਦਰ ਜੀ, ਜਿੱਦਾਂ ਕਿ ਨਰਿੰਦਰ ਮੋਦੀ ਵੱਲੋਂ ਆਪਣੀ ਜੋ ਤੁਲਨਾ ਨਹਿਰੂ ਨਾਲ ਕੀਤੀ ਗਈ ਸੀ, ਇਸ ਤੇ ਜੋ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਮੱਲਿਕਾਰਜੁਨ ਖੜਗੇ, ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਤੁਸੀਂ ਜੋ ਨਹਿਰੂ ਵਰਗੇ ਹੋ ਕਦੇ ਨਹੀਂ ਬਣ ਸਕਦੇ। ਉਹ ਤਾਂ ਹੈ ਹੀ ਹੈ, ਕਿਉਂਕਿ ਇਹ ਵੈਸੇ ਤਰਾਸਦੀ ਵੀ ਹੈ ਕਿ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਸੀ ਜਿਹੜਾ ਜਵਾਹਰ ਲਾਲ ਨਹਿਰੂ ਸੀ, ਉਹ ਕਾਫੀ ਰੈਸ਼ਨਲ ਥਿੰਕਿੰਗ ਦਾ ਸੀ, ਪੜ੍ਹਿਆ ਲਿਖਿਆ ਸੀ। ਉਦੋਂ ਬਾਅਦ ਚੱਲਦੇ ਚੱਲਦੇ ਅਸੀਂ ਨਰਿੰਦਰ ਮੋਦੀ ਤੱਕ ਪਹੁੰਚ ਗਏ ਹਾਂ, ਜਿਹਦੀ ਡਿਗਰੀ ਬਾਰੇ ਵੀ ਨਹੀਂ ਪਤਾ ਲੱਗਦਾ, ਜਿਹੜਾ ਕਿ ਜਿਹਨੂੰ ਆਪਣੇ ਮੌਲਿਕ ਤੌਰ ਤੇ ਬੋਲਣਾ ਨਹੀਂ ਕੱਖ ਆਉਂਦਾ। ਉਹ ਤਾਂ ਬਥੇਰਾ ਹੁੰਦਾ, ਪਰ ਜੇ ਕਹਿ ਦੇਵੇ ਨਾ ਕੋਈ ਕੰਮ ਦੀ ਗੱਲ ਬੋਲਦੇ, ਤੁਸੀਂ ਦੇਖਿਆ ਹੁਣ ਅਮਰੀਕਾ ਗਿਆ ਕਿਵੇਂ ਬੇਇੱਜ਼ਤੀ ਕਰਾਈ ਸੀਗੀ, ਜਿਹਨੂੰ ਕਿ ਇਤਿਹਾਸ ਦੀ ਨੌਲੇਜ ਜ਼ੀਰੋ ਹੈ, ਜਿਹਨੂੰ ਆਪਣੇ ਮੁਲਕ ਬਾਰੇ ਨਹੀਂ ਪਤਾ, ਜਿਹਦੇ ਮਤਲਬ ਕਿਰਦਾਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਹੈਗੇ ਨੇ, ਨਫ਼ਰਤ ਦੀ ਸਿਆਸਤ ਤੋਂ ਸ਼ਰੇਆਮ ਕਰਦਾ। ਤੇ ਜਿਹੜਾ ਲੀਡਰ ਜਿਹੜਾ ਹੈਗਾ ਇੱਕ ਪਿਛਾਂਹ ਨੂੰ ਮੋੜਾ ਦੇ ਰਿਹਾ ਪੂਰੇ ਮੁਲਕ ਨੂੰ, ਜਿਹੜਾ ਇੱਕ ਪ੍ਰਯੋਗਸ਼ਾਲਾ ਜੀ ਬਣਾ ਦਿੱਤੀ, ਹਿੰਦੂਤਵ ਦੀ ਲੈਬੋਰੇਟਰੀ ਬਣਾ ਰਿਹਾ ਹੈਗਾ ਮੁਲਕ ਦਾ, ਜਿਹੜਾ ਜਿੱਥੇ ਕਿ ਹੁਣ ਇੰਨੇ ਸਾਲਾਂ ਬਾਅਦ ਇਹ ਮਹਿਸੂਸ ਹੋਣ ਲੱਗਾ ਕਿ ਸ਼ਾਇਦ ਮੁਲਕ ਦੀ ਕਾਰਜਪਾਲਿਕਾ, ਨਿਆਂਪਾਲਿਕਾ, ਤੁਹਾਡਾ ਮੀਡੀਆ, ਸਾਰੇ ਚਾਰੇ ਜਿਹੜੇ ਸੰਸਥਾਵਾਂ ਹੈਗੀਆਂ ਨੇ ਉਹ ਖਤਰੇ ਵਿੱਚ ਹੈ। ਇੱਕ ਆਪ ਹੁਦਰਾਪਨ ਆ ਰਿਹਾ, ਵਿਚਾਰਾਂ ਦੀ ਇੱਕ ਸਾਇਲੈਂਟ ਐਮਰਜੈਂਸੀ ਬਾਰੇ ਬਹੁਤ ਸਾਰੇ ਵਿਦਵਾਨ ਕਹਿ ਰਹੇ ਹੈਗੇ ਨੇ ਵੀ ਮੁਲਕ ਇੱਕ ਤਾਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ ਸੀਗੀ ਜਿਹੜੀ ਦਿਖਦੀ ਸੀਗੀ, ਇੱਕ ਅਦਿੱਖ ਐਮਰਜੈਂਸੀ ਹੈ ਜਿਹੜੀ ਸਾਇਲੈਂਟ ਐਮਰਜੈਂਸੀ ਹੈ ਜਿਹੜੀ ਉਸ ਦੌਰ 'ਚ ਗੁਜ਼ਰ ਰਿਹਾ। ਮਤਲਬ ਇਹ ਤਾਂ ਹੈ ਹੀ ਹੈ ਕਿ ਉਹ ਤਾਂ ਮਤਲਬ ਤੁਸੀਂ ਛੱਡੋ ਕਿ ਨਹਿਰੂ ਤਾਂ ਛੱਡੋ, ਇਹ ਵਾਜਪੇਈ ਬਰਾਬਰ ਵੀ ਨਹੀਂ ਹੋ ਸਕਦਾ। ਇਹ ਚੀਜ਼ ਹੈ ਜੀ। ਸ਼ਿਵਿੰਦਰ ਜੀ, ਜੋ ਨਵਾਂ ਸੰਸਦ ਭਵਨ ਬਣਿਆ, ਜਿਹਦਾ ਇਜਲਾਸ ਹੋ ਚੁੱਕਿਆ, ਇਸ ਦਾ ਜੋ ਨਾਮ ਰੱਖਿਆ ਗਿਆ ਭਾਰਤ ਦਾ ਸੰਸਦ ਭਵਨ, ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਵੀ ਹੁਣ ਇਹਨਾਂ ਨੇ ਇੱਕ ਤਾਂ ਭਾਰਤ ਸ਼ਬਦ ਨੂੰ ਪ੍ਰਮੋਟ ਕਰ ਰਹੇ ਨੇ, ਇਹ ਤੁਸੀਂ ਕਹਿ ਹੀ ਸਕਦੇ ਹੈਗੇ ਆ, ਤੇ ਪਾਰਲੀਮੈਂਟ ਆਫ ਇੰਡੀਆ ਉਹਨੇ ਭਾਰਤ ਦਾ ਉਹ ਇਹਨਾਂ ਨੇ ਕਰ ਦਿੱਤਾ। ਹਾਲੇ ਇਸ ਸ਼ਬਦ ਤੋਂ, ਇੰਡੀਆ ਸ਼ਬਦ ਤੋਂ ਪਤਾ ਨਹੀਂ ਚੱਲਦੇ ਚੱਲਦੇ ਕਿਉਂ ਨਫ਼ਰਤ ਹੋ ਚੁੱਕੀ ਹੈ ਇਹਨਾਂ ਨੂੰ। ਤੇ ਕਿਉਂਕਿ ਬਾਕੀ ਇਹਨਾਂ ਕੋਲ ਦਲੀਲ ਹੈਗੀ ਹੈ ਕਿ ਦੇਖੋ ਜੀ ਕਨਸਟੀਟਿਊਸ਼ਨ ਦੇ ਵਿੱਚ ਭਾਰਤ ਸ਼ਬਦ ਵੀ ਤਾਂ ਹੈਗਾ ਵਾ, ਇਸ ਕਰਕੇ ਅਸੀਂ ਕਰ ਰਹੇ ਹਾਂ। ਇਹ ਉਹ ਇੰਡੀਅਨ ਪਾਰਲੀਮੈਂਟ ਆਪਾਂ ਕਹਿੰਦੇ ਹੁੰਦੇ ਆ, ਉਹਦੀ ਜਗ੍ਹਾ ਤੇ ਉੱਤੇ ਇਹਨਾਂ ਨੇ ਹਿੰਦੀ 'ਚ ਕਰ ਦਿੱਤਾ ਭਾਰਤ ਦਾ ਜਿਹੜਾ ਹੈਗਾ ਸੰਸਦ ਭਵਨ, ਕਿਉਂਕਿ ਉਹਦੇ ਵਿੱਚ ਆਇਆ ਵੀ ਕਨਸਟੀਟਿਊਸ਼ਨ ਦੇ ਵਿੱਚ ਇੱਕ ਮਤ ਹੈਗੀ, ਜਿਵੇਂ ਤੁਸੀਂ ਇਹਨੂੰ ਹਿੰਦੀ 'ਚ ਬੋਲੋਗੇ ਤਾਂ ਭਾਰਤ ਬੋਲਾਂਗੇ, ਤੇ ਇੰਗਲਿਸ਼ ਵਿੱਚ ਬੋਲਾਂਗੇ ਤਾਂ ਇਹਨੂੰ ਇੰਡੀਆ ਬੋਲਾਂਗੇ। ਤੇ ਇਹਨਾਂ ਕੋਲ ਬਹਾਨਾ ਸੀ ਤਾਂ ਹਿੰਦੀ 'ਚ ਬੋਲ ਰਹੇ, ਹਿੰਦੀ 'ਚ ਉਚਾਰ ਰਹੇ ਹੈਗੇ ਭਾਰਤ ਕਾ। ਉਹ ਮੇਰੇ ਖਿਆਲ ਇਹ ਨਹੀਂ ਕਹਿਣਗੇ ਨਾ ਵੀ ਪਾਰਲੀਮੈਂਟ ਆਫ ਭਾਰਤ ਤਾਂ ਨਹੀਂ ਕਿਹਾ ਮੇਰੇ ਖਿਆਲ ਹਾਲੇ ਤੱਕ, ਮੈਂ ਉਹ ਨਹੀਂ ਪੜ੍ਹਿਆ, ਭਾਰਤ ਕਾ ਕਿਹਾ। ਉਹ ਫਿਰ ਇਹਨਾਂ ਕੋਲ ਉਹੀ ਦਲੀਲ ਆ ਵੀ ਜਦੋਂ ਕਨਸਟੀਟਿਊਸ਼ਨ ਹਿੰਦੀ ਯੂਜ਼ ਕਰਨ ਨੂੰ ਕਹਿੰਦਾ ਤਾਂ ਭਾਰਤ ਸ਼ਬਦ ਕਹਿੰਦਾ। ਮੇਰੇ ਖਿਆਲ ਇੱਕ ਲੌਜਿਕ ਇਹ ਹੋ ਸਕਦਾ, ਪਰ ਇਹ ਵੱਡਾ ਚੀਜ਼ ਮੈਨੂੰ ਇਹੀ ਲੱਗਦੀ ਹੈ ਕਿ ਉਹ ਜਿਹੜਾ ਇੰਡੀਆ ਸ਼ਬਦ ਤੋਂ ਅੱਜ ਕੱਲ੍ਹ ਜਿਹੜੀ ਨਫ਼ਰਤ ਹੋ ਰਹੀ ਹੈਗੀ ਆ, ਉਹ ਕਿਤੇ ਨਾ ਕਿਤੇ ਇੰਡੀਆ ਸ਼ਬਦ ਟਿਕਣ ਨਹੀਂ ਦੇ ਰਿਹਾ ਹੈਗਾ। ਕਿਉਂਕਿ ਇੰਡੀਆ ਗੱਠਜੋੜ ਜੋ ਤਾਂ ਬਣਿਆ ਹੈ, ਜੋ ਸਾਰੀ ਚੀਜ਼ਾਂ ਚੱਲ ਰਹੀਆਂ, ਤੇ ਇਸ ਵਿੱਚ ਜੋ G20 ਮੀਟਿੰਗ ਹੋਈ ਸੀ, ਹੋ ਸਕਦਾ ਕਿ ਜਦੋਂ ਇਲੈਕਸ਼ਨ ਹੋ ਹਟੇ ਸ਼ਾਇਦ ਇਹ ਜਿੱਤ ਜਾਂ ਹਾਰ ਜਾਣ, ਕੁਛ ਵੀ ਹੋ ਜਾਵੇ, ਮਤਲਬ ਤਾਂ ਇਹ ਦੁਬਾਰੇ ਫਿਰ ਇੰਡੀਆ ਸ਼ਬਦ ਯੂਜ਼ ਕਰਨ ਲੱਗ ਜਾਣ। ਕਿਉਂਕਿ ਤੁਹਾਨੂੰ ਯਾਦ ਹੈ ਕਿ ਜਦੋਂ ਪਿਛਲੀ ਵਾਰ ਇਹਨੇ 19 ਦੀ ਇਲੈਕਸ਼ਨ 'ਚ ਇਹਨੇ ਚੌਕੀਦਾਰ ਸ਼ਬਦ ਕਰ ਲਿਆ, ਆਪਣੇ ਆਪ ਨੂੰ ਚੌਕੀਦਾਰ ਲਿਖ ਲਿਆ। ਵਿਰੋਧੀਆਂ ਨੇ ਇਹਨੂੰ ਕਿਹਾ ਸੀਗਾ ਵੀ ਚੌਕੀਦਾਰ ਚੋਰ ਹੈ, ਕਹਿੰਦਾ ਹਾਂ ਮੈਂ ਚੌਕੀਦਾਰ, ਪਰ ਜਿਵੇਂ ਹੀ ਜਿੱਤਿਆ
ਇਹਨੇ ਉਸੇ ਦਿਨ ਹੀ ਟਵਿੱਟਰ ਤੋਂ ਆਪਣਾ ਚੌਕੀਦਾਰ ਹਟਾ ਦਿੱਤਾ ਜੀ। ਮਤਲਬ ਉਹ ਬੜਾ ਹਾਸਿਆ ਮੂਰਖ ਬਣਾਇਆ ਗਿਆ ਲੋਕਾਂ ਨੂੰ। ਫਿਰ ਉਹਨੂੰ ਲਿਖਿਆ ਵੀ ਚੌਕੀਦਾਰ ਸ਼ਬਦ ਨੂੰ ਇੱਕ ਨਵਾਂ ਆਯਾਮ ਦੇਣ ਦੀ ਲੋੜ ਆ, ਮੈਨੂੰ ਉੱਪਰ ਤੱਕ ਲੈ ਕੇ ਜਾਵਾਂਗਾ, ਇਸ ਕਰਕੇ ਹੁਣ ਮੈਂ ਚੌਕੀਦਾਰ ਨਹੀਂ ਹੈਗਾ, ਮੈਨੂੰ ਮਿਟਾ ਰਿਹਾ ਹੈਗਾ। ਮਤਲਬ ਉਹ ਲੋਕਾਂ ਨੂੰ ਲੱਗਿਆ ਤਾਂ ਮੂਰਖ ਬਣਾਤਾ ਸਾਨੂੰ। ਸੋ ਇਹ ਮੈਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਤੇ ਉਹਦੀ ਜਿਹੜੀ ਸਾਰਾ ਜੁੜਲੀ ਹੈ, ਉਹ ਲਿਫਾਫੇਬਾਜ਼ੀ, ਸ਼ਬਦਾਂ ਦੀ ਜੁਮਲੇਬਾਜ਼ੀ ਦੇ ਵਿੱਚ ਜਾਣੇ ਜਾਂਦੇ। ਇਸੇ ਕਰਕੇ ਕਈ ਲੋਕ ਸਾਡੇ ਪ੍ਰਧਾਨ ਮੰਤਰੀ ਨੂੰ ਜੁਮਲੇਬਾਜ਼ ਵੀ ਕਹਿੰਦੇ ਨੇ। ਜੀ ਸ਼ਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਭਾਰਤ ਦੇ ਜੋ ਕੰਟਰੋਲਰ ਨੇ ਤੇ ਆਡੀਟਰ ਜਨਰਲ ਨੇ, ਉਹਨਾਂ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਕੇਂਦਰੀ ਬਜਟ ਸੀਗਾ ਉਸ ਦੇ ਵਿੱਚ ਜੋ ਵਿਦੇਸ਼ੀ ਕਰਜ਼ਾ ਹੈ ਉਹ 2 ਲੱਖ ਕਰੋੜ ਤੋਂ ਕਾਫੀ ਘੱਟ ਦਿਖਾਇਆ ਗਿਆ। ਕੀ ਕਹਿਣਾ ਚਾਹੋਗੇ? ਕਾਫੀ ਇਹ ਧਾਂਦਲੀ ਇੱਕ ਮੰਨੀ ਜਾ ਸਕਦੀ ਹੈਗੀ ਆ, ਕਿਉਂਕਿ ਜੋ ਮੇਰੇ ਕੋਲ ਵੀ ਇਹ ਖਬਰ ਆਈ ਆ, ਇਹਦੀ ਪਹਿਲਾਂ ਥੋੜੀ ਜਿਹੀ ਆਪਾਂ ਵਿਸਥਾਰ ਚ ਮੈਂ ਤੁਹਾਨੂੰ ਦੱਸਦਾ। ਕੈਗ ਦੀ ਜਿਹੜੀ ਰਿਪੋਰਟ ਆ, ਕੈਗ ਇੱਕ ਵੱਡੀ ਸਾਡੀ ਸੰਸਥਾ ਹੈਗੀ ਆ, ਤੇ ਇਹਦੇ ਵਿੱਚ ਹੁਣ ਕੇਂਦਰ ਸਰਕਾਰ ਦੇ ਨਾਲ ਹੀ ਸੰਬੰਧਿਤ ਹੈ ਕੈਗ ਵੀ। ਇਹਦੇ ਵਿੱਚ ਦੋਸਤੋ ਹੈ ਕੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਅਸਲ ਸਥਿਤੀ ਹੈ, ਫੁੱਟਨੋਟਾਂ ਦੇ ਜ਼ਰੀਏ ਜਿਹੜੇ ਦੱਸੇ ਜਾਣ ਦੇ ਅਭਿਆਸ ਦੇ ਉੱਤੇ ਕੈਗ ਨੇ, ਜਿਹਨੂੰ ਆਪਾਂ ਜਿਹੜਾ ਆਡਿਟ ਜਨਰਲ ਦੀ ਗੱਲ ਕਰੀਏ, ਉਹਦੀ ਇੱਕ ਰਿਪੋਰਟ ਹੈ। ਉਹਨੇ ਸਵਾਲ ਚੁੱਕੇ ਨੇ ਕਿ ਸਰਕਾਰ ਵੱਲੋਂ ਅਜਿਹਾ ਕਰਨ ਦਾ ਜਿਹੜਾ ਸਿੱਟਾ ਇਹ ਨਿਕਲਿਆ ਕਿ ਕੇਂਦਰੀ ਬਜਟ ਦਾ ਜਿਹੜਾ ਮੁੱਖ ਹਿੱਸਾ ਸੀ, ਜੋ ਉਹ ਦੇਸ਼ ਸਿਰੇ ਚੜੇ ਵਿਦੇਸ਼ੀ ਕਰਜ਼ੇ ਦਾ ਇਤਿਹਾਸਕ ਤਬਾਦਲਾ ਦਰਾਂ ਦੇ ਨਾਲ 4.39 ਲੱਖ ਕਰੋੜ ਰੁਪਏ ਤੱਕ ਦਿਖਾ ਦਿੱਤਾ ਗਿਆ। ਵਰਤਮਾਨ ਦਰਾਂ ਦੇ ਮੁਤਾਬਕ ਅਸਲ ਦੇ ਵਿੱਚ ਇਹ 6.58 ਲੱਖ ਕਰੋੜ ਰੁਪਏ ਬਣਦਾ, ਜਿਹਦਾ ਛੋਟਾ ਕਰਕੇ ਫੁੱਟਨੋਟ ਦੇ ਰੂਪ ਦੇ ਵਿੱਚ ਪ੍ਰਿੰਟ ਕੀਤਾ ਗਿਆ। ਤੇ ਵਿੱਤੀ ਵਰੇ 21-22 ਦੇ ਲਈ ਕੇਂਦਰ ਸਰਕਾਰ ਦੇ ਕੈਗ ਵੱਲੋਂ ਕੀਤੀ ਗਈ ਇਹ ਆਡਿਟ ਮੁਤਾਬਕ ਇਹ ਦੇਖਿਆ ਗਿਆ ਕਿ ਵਿਦੇਸ਼ੀ ਕਰਜ਼ਾ ਉਹਨਾਂ ਦੇ ਅੰਕੜਿਆਂ ਤੋਂ 2.18 ਲੱਖ ਕਰੋੜ ਰੁਪਈਆ ਵੱਧ ਹੈ। ਤੇ ਦਰਸਾਏ ਗਏ ਜਿਹੜੇ ਵਿਦੇਸ਼ੀ ਕਰਜ਼ਿਆਂ ਦੇ ਵਿੱਚ ਫੁੱਟਨੋਟ ਰਾਹੀਂ ਖੁਲਾਸਾ ਕਰਨਾ ਖਾਤਿਆਂ ਦੀ ਪਾਰਦਰਸ਼ਤਾ ਨੂੰ ਪ੍ਰਭਾਵਿਤ ਕਰੇਗਾ। ਤੇ ਰਿਪੋਰਟ ਦੇ ਵਿੱਚ ਇਹ ਵੀ ਉਭਾਰਿਆ ਗਿਆ ਕਿ ਬਾਹਰਲੇ ਕਰਜ਼ੇ ਦੀ ਜਿਹੜੀ ਇਤਿਹਾਸਕ ਤਬਾਦਲਾ ਦਰਾਂ ਦੇ ਵਿੱਚ ਕੀਤੀ ਗਈ ਗਿਣਤੀ ਮਿਣਤੀ ਹੈ, ਉਹ FRBM ਐਕਟ 2003 ਦੀ ਉਲੰਘਣਾ ਹੈਗੀ ਹੈ, ਜੋ ਕਿ ਵਰਤਮਾਨ ਤਬਾਦਲਾ ਦਰਾਂ ਦੇ ਉੱਤੇ ਵਿਦੇਸ਼ੀ ਕਰਜ਼ੇ ਬਾਰੇ ਦੱਸਣ ਦੀ ਗੱਲ ਕਰਦਾ। ਸੋ ਕੈਗ ਨੇ ਕਿਹਾ ਕਿ ਇਸੇ ਤਰ੍ਹਾਂ ਕੇਂਦਰ ਨੇ ਖਾਤੇ ਦਾ ਜਿਹੜਾ RBI ਦੇ ਜਿਹੜੇ ਨਗਦ ਬਕਾਏ ਦੇ ਰੂਪ ਦੇ ਵਿੱਚ ਫੁੱਟਨੋਟ ਦੇ ਰੂਪ ਚ ਕੀਤਾ ਹੈਗਾ। ਸੋ ਇਹ ਰਿਪੋਰਟ ਤਾਂ ਦੱਸਣੀ ਪਈ ਖੁੱਲ ਕੇ ਕਿ ਲੋਕਾਂ ਨੂੰ ਥੋੜਾ ਜਿਹਾ ਟੈਕਨੀਕਲ ਚੀਜ਼ ਸਮਝ ਆ ਜਾਏ। ਜੀ ਸ਼ਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਹੈ ਜੋ ਨਿਊਜ਼ ਚੈਨਲ ਨੇ ਉਹਨਾਂ ਦੀ ਨਿਗਰਾਨੀ ਦੇ ਲਈ ਜੋ ਹੈ ਸੈਲਫ ਰੈਗੂਲੇਟਰੀ ਮੈਕੈਨਿਜ਼ਮ ਬਣਾਉਣਾ ਚਾਹੀਦਾ ਤੇ ਇਹਦੇ ਲਈ ਜੋ ਨਿਊਜ਼ ਬ੍ਰੌਡਕਾਸਟਰਸ ਨੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਤੇ ਕਿਹਾ ਗਿਆ ਕਿ 4 ਹਫ਼ਤਿਆਂ ਦਾ ਉਹਨੂੰ ਸਮਾਂ ਦਿੱਤਾ ਗਿਆ। ਇਹਦੇ ਵਿੱਚ ਦੋਵੇਂ ਪੱਖ ਆਏ ਸੀਗੇ ਸੁਪਰੀਮ ਕੋਰਟ ਦੇ ਵਿੱਚ, ਦੂਜੀ ਧਿਰ ਦਾ ਵੀ ਸਰਕਾਰੀ ਧਿਰ ਦਾ ਵੀ, ਜਿਹੜੇ ਬੰਦੇ ਆਏ ਉਹ ਵਕੀਲ ਪੇਸ਼ ਹੋਏ ਨੇ। ਸੁਪਰੀਮ ਕੋਰਟ ਚਾਹੁੰਦਾ ਵਾ ਕਿ ਜੋ ਮੀਡੀਆ ਇੱਕ ਆਪਣੇ ਬਾਰੇ ਇੱਕ ਸਵੇ ਜਾਬਤਾ ਲਾਗੂ ਕਰੇ, ਸਖਤੀ ਨਾਲ ਲਾਗੂ ਕਰੇ, ਕਿਉਂਕਿ ਉਹ ਕਹਿੰਦਾ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਇਹਦੀ ਉਲੰਘਣਾ ਹੋ ਰਹੀ ਹੈ, ਹੋਰ ਹੋ ਰਹੀ ਹੈ। ਹਾਲਾਂਕਿ ਸਰਕਾਰੀ ਪੱਖ ਦੇ ਵਕੀਲ ਨੇ ਕਿਹਾ ਵੀ ਇਹਦੇ ਬਾਰੇ ਇੱਕ ਨਿਯਮ ਤਾਂ ਬਣੇ ਹੀ ਹੋਏ ਨੇ, ਪਰ ਉਹ ਨਿਯਮ ਜਿਹੜੇ ਸਾਨੂੰ ਲੱਗਦਾ ਕਿ ਬਣਨੇ ਚਾਹੀਦੇ ਨੇ ਨਾ, ਉਹ ਨਿਯਮ ਨੇ ਜਿਹੜੇ ਉਹ ਕੋਈ ਸਰਕਾਰੀ ਡੰਡੇ ਨਾਲ ਤਾਂ ਨਾ ਬਣਨ। ਵੈਸੇ ਵੀ ਸਾਡਾ ਗੋਦੀ ਮੀਡੀਆ ਜਿਹੜਾ ਜਿਹਦੇ ਬਾਰੇ ਸੁਪਰੀਮ ਕੋਰਟ ਗੁੱਸੇ ਹੋ ਰਿਹਾ, ਉਹ ਤਾਂ ਵੈਸੇ ਹੀ ਉਹਨਾਂ ਨੂੰ ਸਰਕਾਰੀ ਨਿਯਮ ਦੀ ਲੋੜ ਨਹੀਂ, ਤਾਂ ਪਹਿਲਾਂ ਹੀ ਸਰਕਾਰ ਦੇ ਅੱਗੇ ਨਤਮਸਤਕ ਹੈਗੇ ਨੇ। ਸਵਾਲ ਇਹ ਹੈਗਾ ਕਿ ਜਿਹੜੇ ਉਹ ਨਫ਼ਰਤ ਫੈਲਾ ਰਹੇ ਨੇ, ਜਿਸ ਹੱਦ ਤੱਕ ਉਹ ਜਾ ਰਹੇ ਨੇ, ਜਿਸ ਹੱਦ ਤੱਕ ਉਹ ਸਾਰੀਆਂ ਸੀਮਾਵਾਂ ਨੂੰ ਤੋੜ ਰਹੇ ਨੇ, ਮਸਲਾ ਉਹਦੇ ਦੇ ਉੱਤੇ ਹੈ, ਉਹਦੇ ਉੱਤੇ ਗੱਲ ਕਰਨ ਦਾ ਮਸਲਾ ਹੈਗਾ। ਤੇ ਸੋ ਉਹਦੇ ਬਾਰੇ ਇਹ ਹੈ ਕਿ ਇਹਨਾਂ ਦਾ ਕੋਈ ਇਸ ਤਰ੍ਹਾਂ ਦੀ ਸੁਤੰਤਰ ਬੋਡੀ ਬਣੇ, ਜਿਵੇਂ ਐਡੀਟਰਸ ਗਿਲਡ ਆਫ ਇੰਡੀਆ ਬਣਿਆ ਹੋਇਆ, ਅਖਬਾਰਾਂ ਦੇ ਲਈ ਬਣਿਆ ਹੋਇਆ, ਇਹਨਾਂ ਦੀ ਕੋਈ ਚਾਹੀਦੀ ਸੰਸਥਾ ਬਣੇ ਜਿਹੜਾ ਕਿ ਇਹਨਾਂ ਨੂੰ ਖਿੱਚੇ, ਜਾਂ ਫਿਰ ਪ੍ਰੈਸ ਕਾਉਂਸਲ ਬਣੀ ਹੋਈ ਹੈ, ਪ੍ਰੈਸ ਬਾਰੇ ਬਣੀ ਹੋਈ ਹੈ, ਇਹਨਾਂ ਬਾਰੇ ਕੀ ਹੈ। ਤੇ ਜੇ ਇਹਨਾਂ ਬਾਰੇ ਉਹ ਜਿਹੜੀ ਸੰਸਥਾ ਕੋਈ ਬਣੇ, TV ਅਥਾਰਟੀ ਜਾਂ ਕੁਛ ਵੀ ਇਦਾਂ ਦਾ ਬਣੇ, ਤਾਂ ਫਿਰ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਤੇ ਇੱਕ ਸਵੇ ਕੰਟਰੋਲ ਰੱਖਣ। ਕੁਛ ਬਣੇ ਹੋਏ ਨੇ ਉਹ ਨਿਯਮ ਹੈਗੇ ਨੇ, ਉਹਦੇ ਵਿੱਚ ਕਈ ਵਾਰ ਇਹਨਾਂ ਨੇ ਮਾਫੀਆਂ ਵੀ ਮੰਗੀਆਂ ਹੈਗੀਆਂ ਨੇ, ਅੱਜ ਤੱਕ ਨੇ ਮੰਗੀ ਆ, ਇੰਡੀਆ ਨਿਊਜ਼ ਵਾਲਿਆਂ ਨੇ ਮੰਗੀ ਆ, ਹੋਰਾਂ ਨੇ, ਸੁਧੀਰ ਚੌਧਰੀ ਨੇ ਮੰਗੀ ਆ, ਜੀ ਨੇ ਮੰਗੀ ਆ। ਤੇ ਪਰ ਜਿਹੜੇ ਇੱਕ ਉਹ ਜਾਬਤਾ ਨਹੀਂ ਹੈਗਾ ਵੀ ਜਿਹੜਾ ਸਾਡਾ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਅਸੀਂ ਪੱਤਰਕਾਰੀ ਕਿਵੇਂ ਕਰਨੀ ਆ, ਕਿਵੇਂ ਅਸੀਂ ਲੋਕਾਂ ਦੀ ਜਿਹੜੀ ਹੈਗੀ ਹੈ ਨਿਜਤਾ ਦਾ ਖਿਆਲ ਰੱਖਣਾ ਹੈਗਾ, ਉਹਦੇ ਬਾਰੇ ਕਾਫੀ ਗੰਭੀਰ ਮੁੱਦਾ ਹੈਗਾ, ਜਿਹਦੇ ਬਾਰੇ ਸੁਪਰੀਮ ਕੋਰਟ ਧਿਆਨ ਬਾਰ-ਬਾਰ ਦਿਵਾ ਰਿਹਾ ਹੈ। ਕਿਉਂਕਿ ਜੇ ਨਿਊਜ਼ ਚੈਨਲ ਲੈ ਕੇ ਕੋਈ ਐਸੀ ਬੋਡੀਜ਼ ਹੈ ਵੀ ਤਾਂ ਉਹ ਇੰਨੀਆਂ ਪਾਵਰਫੁਲ ਨਹੀਂ ਨੇ, ਇਸ ਟਾਈਮ ਪਾਵਰਫੁਲ ਵੀ ਨਹੀਂ ਹੈਗੀਆਂ, ਤੇ ਉਹ ਇੰਨੀਆਂ ਪਾਵਰਫੁਲ ਨਹੀਂ ਜਿੰਨੀਆਂ ਕਿ ਪ੍ਰਿੰਟ ਦੀਆਂ ਨੇ। ਜੇ ਉਹ ਛੇਤੀ ਉਹਨਾਂ ਨੂੰ ਕਹਿ ਸਕਣ, ਖਿੱਚ ਸਕਣ, ਉਹਦੇ ਲਈ ਲੋੜ ਆ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਇਹਦੇ ਬਾਰੇ ਕਦੇ ਸਰਕਾਰਾਂ ਜ਼ਾਬਤਾ ਬਣਾਉਣ। ਸਰਕਾਰਾਂ ਦਾ ਬਣਾਇਆ ਹੋਇਆ ਜ਼ਾਬਤਾ ਅੱਗੇ ਜਾ ਕੇ ਨਾ ਮੀਡੀਆ, ਜੇਕਰ ਕੋਈ TV ਮੀਡੀਆ ਸੁਤੰਤਰ ਤੌਰ ਤੇ ਕੰਮ ਕਰਨਾ ਵੀ ਚਾਹੇਗਾ, ਉਹਦੇ ਰਾਹ ਦੇ ਵਿੱਚ ਡਿੱਕਾ ਹੋਏਗਾ। ਇਸ ਕਰਕੇ
ਸਮੇਂ ਜ਼ਾਬਤੇ ਲਈ ਇੱਕ ਆਪਣੀ ਬਾਡੀ ਬਣਾਈ ਜਾਵੇ, ਤੁਹਾਡੀ ਆਪਣੀ ਬਾਡੀ ਤੁਹਾਡੇ ਤੇ ਕੰਟਰੋਲ ਰੱਖੇ। ਜੀ ਸ਼ਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਜੋ ਅਡਾਨੀ ਗਰੁੱਪ ਖਿਲਾਫ ਹਿੰਡਨਬਰਗ ਰਿਪੋਰਟ ਜਾਰੀ ਕੀਤੀ ਗਈ ਸੀ, ਉਸ ਨੂੰ ਲੈ ਕੇ ਜੋ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ, ਪਰ ਜੋ ਉਸ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਆਪਸ ਦੇ ਵਿੱਚ ਹੀ ਟਕਰਾਅ ਹੈ। ਇਸ ਬਾਰੇ ਕੀ ਹਿੱਤਾਂ ਦਾ ਟਕਰਾਅ ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਹੈਗਾ ਇੰਟਰਸਟ ਆਫ ਉਹਦਾ ਹੋ ਗਿਆ, ਉਹ ਹੈਗਾ ਕਿ ਅਡਾਨੀ ਗਰੁੱਪ ਦੇ ਵੱਲੋਂ ਇੱਕ ਜਿਹੜਾ ਹੈਗਾ ਦੇ ਖਿਲਾਫ ਹਿੰਡਨਬਰਗ ਰਿਪੋਰਟ ਦੇ ਵਿੱਚ ਦੋਸ਼ ਲਾਏ ਗਏ ਸੀ। ਇਹਨਾਂ ਦੀ ਜਿਹੜੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਦੋਸਤੋ। ਇਹਦੇ ਵਿੱਚ ਮਾਰਾਂ ਦੀ ਕਮੇਟੀ ਦੇ ਕੁਝ ਮੈਂਬਰਾਂ ਦੇ ਵਿੱਚ ਹਿੱਤਾਂ ਦਾ ਟਕਰਾਅ ਹੋ ਗਿਆ। ਦੋਸ਼ ਤੇ ਇਹ ਕਿ ਸੋਮਵਾਰ ਨੂੰ ਜਿਹੜਾ ਦਾਖਲ ਕੀਤੀ ਗਈ ਇੱਕ ਨਵੀਂ ਪਟੀਸ਼ਨ ਹੈ, ਉਹਦੇ ਵਿੱਚ 6 ਮੈਂਬਰੀ ਕਮੇਟੀ ਨੇ ਮਈ ਦੇ ਵਿੱਚ ਅੰਤਰਿਮ ਰਿਪੋਰਟ 'ਚ ਕਿਹਾ ਸੀ ਕਿ ਅਡਾਨੀ ਗਰੁੱਪ ਹੈ ਜੋ ਉਹਦੀ ਨਾਕਾਮੀ ਤੇ ਹੇਰਾਫੇਰੀ ਦੇ ਸੰਕੇਤ ਨਹੀਂ ਮਿਲਦੇ। ਪਟੀਸ਼ਨ ਅਨਾਮਿਕਾ ਜੈਸਪਾਲ ਨੇ ਦਾਅਵਾ ਕੀਤਾ ਕਿ ਭਾਰਤੀ ਸਟੇਟ ਬੈਂਕ ਦੇ ਸਾਬਕਾ ਚੇਅਰਪਰਸਨ OP ਭੱਟ, ਜੋ ਕਿ 6 ਮੈਂਬਰੀ ਮਾਹਰ ਕਮੇਟੀ ਵਿੱਚ ਸ਼ਾਮਲ ਨੇ, ਦੇ ਹਿੱਤਾਂ ਦਾ ਟਕਰਾਅ ਹੈ ਕਿਉਂਕਿ ਉਹ ਨਵਿਆਉਣਯੋਗ ਊਰਜਾ ਫਰਮ ਗ੍ਰੀਨਕੋ ਦੇ ਮੁਖੀ ਵੀ ਨੇ, ਜਿਹਦਾ ਕਿ ਅਡਾਨੀ ਗਰੁੱਪ ਦੇ ਨਾਲ ਵਪਾਰਕ ਸੰਬੰਧ ਹੈ। ਤੇ ਆਪਣੇ ਦਾਅਵੇ ਦੇ ਸਮਰਥਨ ਦੇ ਵਿੱਚ ਜੈਸਪਾਲ ਨੇ ਗ੍ਰੀਨਕੋ ਵੱਲੋਂ 14 ਮਾਰਚ 2022 ਨੂੰ ਜਾਰੀ ਕੀਤੇ ਗਏ ਪ੍ਰੈਸ ਬਿਆਨ ਦੇ ਵਿੱਚ ਹਵਾਲਾ ਵੀ ਦਿੱਤਾ ਹੈ, ਜਿਹਦੇ ਵਿੱਚ ਕੰਪਨੀ ਨੇ ਅਡਾਨੀ ਗਰੁੱਪ ਦੇ ਪ੍ਰਸਤਾਵਿਤ ਜੋ ਉਦਯੋਗਿਕ ਕੰਪਲੈਕਸ ਹੈ ਉਹਨੂੰ 1000 ਮੈਗਾਵਾਟ ਸਮਰੱਥਾ ਦੀ ਜਿਹੜੀ ਨਵਿਆਉਣਯੋਗ ਊਰਜਾ ਦੀ ਸਪਲਾਈ ਕਰਨ ਦਾ ਐਲਾਨ ਕੀਤਾ ਹੈ। ਇਹਦੇ ਨਾਲ ਹੀ ਜਿਹੜਾ ਪਟੀਸ਼ਨ ਦੇ ਵਿੱਚ ਦਾਵੋਸ 'ਚ ਭੱਟ ਦੀ ਕੰਪਨੀ ਜੋ ਗ੍ਰੀਨਕੋ ਅਤੇ ਅਡਾਨੀ ਗਰੁੱਪ ਦੇ ਵਿਚਾਲੇ ਭਾਈਵਾਲੀ ਬਾਰੇ ਖਬਰ ਦਾ ਵੀ ਜ਼ਿਕਰ ਕੀਤਾ ਗਿਆ। ਪਟੀਸ਼ਨ 'ਚ ਕਿਹਾ ਗਿਆ ਕਿ ਇੱਥੋਂ ਤੱਕ ਹੈ ਕਿ OP ਭੱਟ ਦੇ ਹਿੱਤਾਂ ਦਾ ਜਿਹੜਾ ਟਕਰਾਅ, ਜਿਸ ਕਰਕੇ ਜਿਹਦਾ ਭੱਟ ਖੁਦ ਨੂੰ ਵੀ ਇਸ਼ਾਰਾ ਕਰਨਾ ਚਾਹੀਦਾ ਇਹਦੇ ਬਾਰੇ। ਸੋ ਇਹਦੇ ਵਿੱਚ ਜਿਹੜਾ ਹੈਗਾ ਇਹ ਮਾਮਲਾ ਜਿਹੜਾ ਹੈਗਾ ਸੁਪਰੀਮ ਕੋਰਟ 'ਚ ਪਹੁੰਚਿਆ। ਇਹਦੀਆਂ ਅੱਗੇ ਵੀ ਬਹੁਤ ਸੇਬੀ ਦੇ ਬਾਰੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਇਲਜ਼ਾਮ ਇਹ ਨੇ ਕਿ ਸੇਬੀ ਇਹਦੇ ਵਿੱਚ ਕਾਲਾ ਮਾਲਾ ਕਰ ਰਹੀ ਹੈ, ਕਿ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੀ ਹੈਗੀ ਅਡਾਨੀ ਗਰੁੱਪ ਦੇ ਮਾਮਲੇ ਦੇ ਵਿੱਚ ਹੀ। ਸੋ ਅੱਗੇ ਦੇਖਦੇ ਹਾਂ ਕਿ ਇਹਦੇ ਵਿੱਚ ਹੋਰ ਬਹੁਤ ਕੁਝ ਹੋਣ ਵਾਲਾ ਹੈ। ਇੱਕਦਮ ਟਿੱਪਣੀ ਕਰਨ ਦੀ ਜਗ੍ਹਾ ਅਸੀਂ ਇਹੀ ਕਹਿ ਸਕਦੇ ਹਾਂ ਕਿ ਜੋ ਨਵੀਆਂ ਚੀਜ਼ਾਂ ਆ ਰਹੀਆਂ ਨੇ, ਕਈ ਟੈਕਨੀਕਲ ਮਸਲੇ ਵੀ ਹੈਗੇ ਨੇ ਜਿਹੜੇ ਕਿ ਸਾਨੂੰ ਬਾਅਦ ਵਿੱਚ ਜਾ ਕੇ ਸਮਝ ਆਉਂਦੇ ਨੇ। ਮੈਂ ਆਪਣੀ ਗੱਲ ਕਰ ਰਿਹਾ ਤੇ ਇਸੇ ਤਰ੍ਹਾਂ ਹੋਰ ਵੀ ਕਈ ਜਰਨਲਿਸਟਾਂ ਨੂੰ। ਸੋ ਉਹਦੇ ਬਾਰੇ ਬਾਅਦ ਵਿੱਚ ਵੀ ਨਵੇਂ ਖੁਲਾਸਿਆਂ ਦੇ ਤੱਕ ਆਪਾਂ ਵੇਟ ਕਰਨੀ ਹੋਏਗੀ। ਸ਼ਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਜੋ ਰੂਰਲ ਡਿਵੈਲਪਮੈਂਟ ਫੰਡ ਨੇ ਉਹ ਰੋਕੇ ਗਏ ਨੇ। ਇਸੇ ਨੂੰ ਲੈ ਕੇ 11 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੇ ਹੁਣ 25 ਸਤੰਬਰ ਨੂੰ ਸੁਣਵਾਈ ਹੋਣ ਜਾ ਰਹੀ ਹੈ। ਇਹ ਮੇਰੇ ਖਿਆਲ ਘੱਟੋ ਘੱਟ ਜਿਹੜੀ ਇਹਦੀ ਰਾਸ਼ੀ ਆ ਉਹ 3622 ਕਰੋੜ ਰੁਪਈਆ ਹੈਗੀ ਆ। ਦਿਹਾਤੀ ਵਿਕਾਸ ਫੰਡ ਕਾਫੀ ਲੰਮੇ ਸਮੇਂ ਦਾ ਰੁਕਿਆ ਹੋਇਆ। ਕੈਪਟਨ ਅਮਰਿੰਦਰ ਸਿੰਘ ਦਾ ਟਾਈਮ ਸੀ, ਉਦੋਂ ਦਾ ਵੀ ਰੁਕਿਆ ਹੋਇਆ। ਥੋੜਾ ਅਕਾਲੀ ਦਲ ਦੇ ਟਾਈਮ ਵਿੱਚ ਵੀ ਇਹਨਾਂ ਨੇ ਕੀਤਾ ਸੀ, ਉਦੋਂ ਵੀ ਜਦੋਂ ਇਹ ਸਰਕਾਰ ਸੀ, ਸਰਕਾਰ ਇਹੀ ਸੀਗੀ। ਇਹਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਕਾਫੀ ਸਮੇਂ ਕੇਂਦਰ ਦਾ ਬੂਹਾ ਖੜਕਾਉਂਦੀ ਰਹੀ। ਇਹ ਸਰਕਾਰ ਵੀ ਹੁਣ 1.5 ਸਾਲ ਤੋਂ ਉੱਤੇ ਹੋ ਗਿਆ ਇਹਨੂੰ, ਇਹ ਵੀ ਕਹਿੰਦੀ ਰਹੀ ਹੈ ਵੀ ਸਾਡਾ ਦਿਹਾਤੀ ਵਿਕਾਸ ਫੰਡ ਦੇਵੋ। ਕੇਂਦਰ ਆਪਣੇ ਨਵੇਂ ਬਹਾਨੇ ਬਣਾ ਰਿਹਾ ਹੈਗਾ। ਇਹਦੇ ਬਾਰੇ ਹੁਣ ਦੇਖਦੇ ਹਾਂ ਕਿ ਅਹਿਮ ਫੈਸਲਾ ਵੱਡੀ ਅਦਾਲਤ ਵਿੱਚ ਪਹੁੰਚ ਚੁੱਕਾ। ਕੀ ਹੁੰਦਾ ਹੈਗਾ, ਇਹਦੀ ਸੁਣਵਾਈ 25 ਸਤੰਬਰ ਨੂੰ ਹੋਣੀ ਹੈ, ਕਿਉਂਕਿ ਇਹ ਦਿਹਾਤੀ ਵਿਕਾਸ ਫੰਡ ਪੰਜਾਬ ਸਰਕਾਰ ਦਾ ਸਿੱਧਾ ਹੀ ਕਹਿੰਦੀ ਹੈ ਵੀ ਅਸਲ ਵਿੱਚ ਜੋ ਸੈਂਟਰ ਸਰਕਾਰ ਹੈਗੀ ਆ ਉਹ ਪੰਜਾਬ ਦੇ ਨਾਲ ਧੱਕਾ ਕਰ ਰਹੀ ਆ ਤੇ ਪੰਜਾਬ ਨੂੰ ਜਿਹੜਾ ਬਣਦਾ ਹੋਇਆ ਰਾਸ਼ੀ ਨਹੀਂ ਮਿਲ ਰਹੀ, ਜਿਹਦੇ ਕਰਕੇ ਸਾਡੇ ਵਿਕਾਸ ਦੇ ਕੰਮ ਅੜੇ ਪਏ ਨੇ। ਸੋ ਇਨਸਾਫ ਦਾ ਤਕਾਜ਼ਾ ਤਾਂ ਇਹੀ ਕਹਿੰਦਾ ਕਿ ਜੋ ਪੰਜਾਬ ਨੂੰ ਉਹਦਾ ਹੱਕ ਦਿੱਤਾ ਜਾਵੇ ਬਣਦਾ ਹੋਇਆ। ਤੇ ਹੁਣ ਇਹਦੇ ਟੈਕਨੀਕਲ ਪੱਖ ਕੀ ਨੇ, ਹੋਰ ਚੀਜ਼ਾਂ ਕੀ ਆ, ਪੰਜਾਬ ਆਪਣਾ ਕੇਸ ਆ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਕਿੰਨੀ ਸ਼ਿੱਦਤ ਨਾਲ ਪੇਸ਼ ਕਰਦਾ, ਕਿਹੜੇ ਢੰਗ ਨਾਲ ਪੇਸ਼ ਕਰਦਾ, ਕਿ ਉਹ ਸਟਰੋਂਗਲੀ ਆਪਣਾ ਪੱਖ ਰੱਖਦਾ ਕਿ ਨਹੀਂ ਰੱਖਦਾ, ਇਹ ਚੀਜ਼ਾਂ 25 ਨੂੰ ਪਤਾ ਲੱਗਣਗੀਆਂ ਆਪਾਂ ਨੂੰ। ਕੇਂਦਰ ਸਰਕਾਰ ਵੱਲੋਂ ਵੀ ਜਾਣਬੁੱਝ ਕੇ ਉਹਨਾਂ ਸੂਬਿਆਂ ਨੂੰ ਤੰਗ ਕੀਤਾ ਜਾਂਦਾ ਜਿੱਥੇ ਹੁੰਦੀਆਂ ਵਿਰੋਧੀ ਸਰਕਾਰਾਂ ਨੇ। ਕਈ ਫੰਡ ਤਾਂ ਵੈਸੇ ਉਹਨਾਂ ਸੂਬਿਆਂ ਦੇ ਵੀ ਰੋਕੇ ਹੋਏ ਇਹਨਾਂ ਨੇ ਜਿੱਥੇ ਬੀਜੇਪੀ ਦੀ ਆਪਣੀ ਸਰਕਾਰ ਆ, ਕਿਉਂਕਿ ਉਹ ਜਿਹੜਾ GST ਵਾਲਾ ਸਾਰਾ ਫੰਡ ਆ ਨਾ, GST ਵਾਲੇ ਫੰਡੇ ਦਾ ਮਤਲਬ ਇਹ ਆ ਵੀ ਧਨ ਦਾ ਏਕੀਕਰਨ ਕਰਨਾ, ਵੀ ਸਾਰਾ ਕੇਂਦਰ ਵੱਲ ਧਨ ਆ ਜਾਵੇ। ਪਰ ਉਹ ਰਾਜ ਤਾਂ ਨਹੀਂ ਬੋਲਦੇ ਕਿਉਂਕਿ ਉੱਥੇ ਸਰਕਾਰਾਂ ਇਹਨਾਂ ਦੀਆਂ ਆਪਣੀਆਂ, ਉਹ ਉਹਨਾਂ ਦੇ ਗੁਲਾਮ ਬਣੇ ਹੋਏ ਨੇ। ਹਾਲਾਂਕਿ ਹੋਣਾ ਇਹ ਚਾਹੀਦਾ ਕਿ ਠੀਕ ਹੈ ਕਿ ਪਾਰਟੀ ਤੁਹਾਡੀ ਹੈ, ਪਰ ਬਈ ਰਾਜ ਜਿਹੜਾ ਹੈਗਾ ਤੁਹਾਡੇ ਰਾਜ ਨੂੰ ਵੀ ਤਾਂ ਨੁਕਸਾਨ ਹੋ ਰਿਹਾ। ਉੱਥੇ ਤੁਸੀਂ ਤੁਹਾਡੀ ਗਵਰਨਮੈਂਟ, ਤੁਹਾਡੀ ਸਰਕਾਰ ਤਾਂ ਉਸ ਲੋਕਾਂ ਦੀ ਹੈ ਨਾ, ਉਹਨਾਂ ਲਈ ਤੁਸੀਂ ਬੋਲੋ ਨਾ। ਉਹ ਦਿੱਕਤ ਬੀਜੇਪੀ ਦੇ ਰਾਜਾਂ 'ਚ ਆ ਰਹੀ ਹੈ ਕੁਛ 'ਚ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਆਮ ਆਦਮੀ ਪਾਰਟੀ ਵੱਲੋਂ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਉਸ ਲਈ ਤਿਆਰੀ ਖਿੱਚੀ ਜਾ ਰਹੀ ਹੈ। ਪਹਿਲਾਂ ਰਾਜਸਥਾਨ ਦੇ ਵਿੱਚ ਚੋਣ ਦੌਰਾ ਕੀਤਾ ਗਿਆ ਸੀ, ਛੱਤੀਸਗੜ੍ਹ ਦੇ ਵਿੱਚ ਕੀਤਾ ਗਿਆ ਸੀ, ਤੇ ਹੁਣ ਮੱਧ ਪ੍ਰਦੇਸ਼ ਦੇ ਵਿੱਚ ਦੌਰਾ ਕੀਤਾ ਗਿਆ, ਜਿਸ ਦੇ ਵਿੱਚ ਹੁਣ 10 ਗਰੰਟੀਆਂ ਵੀ ਜਾਰੀ ਕੀਤੀਆਂ ਗਈਆਂ ਨੇ।
ਮੱਧ ਪ੍ਰਦੇਸ਼ ਦੇ ਵਿੱਚ ਵੀ ਲਗਭਗ ਆਮ ਆਦਮੀ ਪਾਰਟੀ ਚਾਹੁੰਦੀ ਹੈ, ਜਿਵੇਂ ਪੰਜਾਬ ਦੇ ਵਿੱਚ ਗਰੰਟੀਆਂ ਦੇ ਨਾਲ ਕੰਮ ਸਾਰ ਲਿਆ, ਦਿੱਲੀ ਵਿੱਚ ਸਾਰ ਲਿਆ, ਉਸ ਤਰ੍ਹਾਂ ਉੱਥੇ ਵੀ ਗਰੰਟੀਆਂ ਕੀਤੀਆਂ ਗਈਆਂ ਹੈਗੀਆਂ ਨੇ ਵੀ 10 ਸਾਡੀਆਂ ਗਰੰਟੀਆਂ ਹੋਣਗੀਆਂ। ਲਗਭਗ ਗਰੰਟੀਆਂ ਉਹੀ ਨੇ ਜਿਹੜੀਆਂ ਗੁਜਰਾਤ ਚੋਣਾਂ ਵੇਲੇ ਵੀ ਕੀਤੀਆਂ ਸੀ, ਪੰਜਾਬ ਚੋਣਾਂ ਵੇਲੇ ਵੀ ਕੀਤੀਆਂ ਸੀਗੀਆਂ। ਗੁਜਰਾਤ 'ਚ 5 ਸੀਟਾਂ ਲੈ ਗਏ, ਪੰਜਾਬ 'ਚ ਤਾਂ ਵੱਡੀ ਉਪਲਬਧੀ ਹੈ ਹੀ ਹੈ, ਇਤਿਹਾਸਕ ਸੀਗੀ। ਮੱਧ ਪ੍ਰਦੇਸ਼ ਦੇ ਵਿੱਚ ਵੀ ਕੋਈ ਬਹੁਤਾ ਪਰਫਾਰਮੈਂਸ ਵਧੀਆ ਨਹੀਂ ਹੋਣੀ ਹੈਗੀ, ਕਿਉਂਕਿ ਮੇਨ ਮੁਕਾਬਲਾ ਕਾਂਗਰਸ ਤੇ ਬੀਜੇਪੀ ਦੇ ਵਿਚਾਲੇ ਹੀ ਹੋ ਰਿਹਾ ਹੈਗਾ। ਬਸ ਇਹ ਸਿਰਫ ਇੱਕ ਸ਼ਕਤੀ ਪ੍ਰਦਰਸ਼ਨ ਆ ਵੀ ਅਸੀਂ ਲੋਕ ਸਭਾ ਚੋਣਾਂ ਵਿੱਚ ਕਿੰਨੇ ਹੱਕ ਮੰਗ ਸਕਦੇ ਹਾਂ ਵੀ ਮੱਧ ਪ੍ਰਦੇਸ਼ ਦੇ ਵਿੱਚ ਆਪਣੀ ਪਰਫਾਰਮੈਂਸ ਦਿਖਾ ਕੇ, ਇਹ ਚੀਜ਼ ਹੈਗੀ ਹੈ। ਤੇ ਇਸੇ ਕਰਕੇ ਉਹ ਹੁਣ ਹੋ ਕੀ ਰਿਹਾ ਕਿ ਜਿਹੜੇ ਪੰਜਾਬ 'ਚੋਂ ਸਵਾਲ ਉੱਠਣਾ ਚਾਹੀਦਾ ਵੀ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਤੋਂ ਬਾਹਰ ਹੀ ਤੁਰਿਆ ਫਿਰਦਾ, ਕੇਜਰੀਵਾਲ ਦੇ ਨਾਲ ਜਾਂਦਾ, ਕੇਜਰੀਵਾਲ ਨੂੰ ਮੌਜ ਆ ਵੀ ਚੱਲ ਨਾਲ ਹੀ ਆਉਂਦਾ, ਸੱਗੀ ਨਾਲ ਪਰਾਂਦਾ, ਨਾਲ ਜਿਹੜਾ ਜਹਾਜ਼ ਹੈਲੀਕਾਪਟਰ ਆ ਜਾਂਦਾ ਪੰਜਾਬ ਦਾ, ਫੋਰਸ ਆ ਜਾਂਦੀ ਹੈ ਪੰਜਾਬ ਦੀ, ਮੇਰੀ ਚੜ੍ਹਾਈ ਆ, ਇਹਨੂੰ ਪੋਸਟਰ ਬॉय ਬਣਾਇਆ ਹੋਇਆ ਤੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਹੈਸੀਅਤ ਭੁੱਲ ਰਿਹਾ ਹੈਗਾ। ਉਹਨੂੰ ਆਪਣੀ ਜਿਹੜੀ ਪਛਾਣ ਹੈ ਉਹਦੀ ਕਦਰ ਕਰਨੀ ਚਾਹੀਦੀ ਹੈ ਜੀ, ਕਿਉਂਕਿ ਕਾਫੀ ਦੋਸ਼ ਵੀ ਲੱਗ ਰਹੇ ਨੇ ਕਿ ਕਾਫੀ ਪੈਸਾ ਜੋ ਇਸ਼ਤਿਹਾਰਬਾਜ਼ੀ ਤੇ ਖਰਚ ਕੀਤਾ ਜਾ ਰਿਹਾ ਪੰਜਾਬ ਵੱਲੋਂ, ਉਹ ਵੀ ਪੰਜਾਬ ਦਾ ਹੀ ਜਾਏਗਾ। ਜਿਹੜਾ ਉੱਥੋਂ ਜਾ ਰਿਹਾ ਪੈਸਾ ਮੱਧ ਪ੍ਰਦੇਸ਼ ਲਾਉਣਗੇ, ਛੱਤੀਸਗੜ੍ਹ ਚ ਲਾਉਣਗੇ, ਉਹ ਦਿੱਲੀ ਤੇ ਪੰਜਾਬ ਦਾ ਹੀ ਹੋਏਗਾ ਜੀ। ਇਹ ਚੀਜ਼ ਹੈ ਜੀ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ, ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਕੈਨੇਡਾ ਦੇ ਵਿੱਚ ਜੋ ਹਿੰਸਕ ਘਟਨਾਵਾਂ ਹੋ ਰਹੀਆਂ ਨੇ ਉਸ ਦੇ ਵਿੱਚ ਕਿਤੇ ਨਾ ਕਿਤੇ ਭਾਰਤ ਦੀ ਸ਼ਮੂਲੀਅਤ ਨਜ਼ਰ ਆ ਰਹੀ ਹੈ। ਕੀ ਕਹਿਣਾ ਚਾਹੋਗੇ ਇਸ ਪਰ? ਇੱਥੇ ਜਦੋਂ ਉਰੇ ਅਜੀਤ ਸੰਮੇਲਨ ਦੇ ਵਿੱਚ ਆਏ ਹੋਏ ਸੀ ਨਾ, ਭਾਰਤ ਨੇ ਕਿਹਾ ਵੀ ਤੁਹਾਡੇ ਮੁਲਕ ਦੇ ਵਿੱਚ ਅੱਤਵਾਦੀ ਕਾਰਵਾਈਆਂ ਹੋ ਰਹੀਆਂ, ਫਲਾਨਾ ਹੋ ਰਿਹਾ, ਤੇ ਉਹਦੇ ਬਾਰੇ ਉਹ ਇੱਥੇ ਵੀ ਬੋਲ ਗਏ ਸੀਗੇ, ਦੇਖੋ ਅਸੀਂ ਹਿੰਸਕ ਕਾਰਵਾਈਆਂ ਦਾ ਵਿਰੋਧ ਕਰਦੇ ਹਾਂ, ਪਰ ਸਾਡਾ ਕੈਨੇਡਾ ਜਿਹੜਾ ਹਰ ਤਰ੍ਹਾਂ ਦੇ ਵਿਚਾਰਾਂ ਨੂੰ ਸਪੇਸ ਦਿੰਦਾ ਹੈਗਾ ਤੇ ਅਸੀਂ ਉਹ ਵਿਚਾਰਾਂ ਦੀ ਕਦਰ ਕਰਾਂਗੇ। ਉਦਾਹਰਨ ਦੇ ਤੌਰ ਤੇ ਜੇਕਰ ਕੋਈ ਖਾਲਿਸਤਾਨੀ ਵਿਚਾਰਧਾਰਾ ਬੈਠਾ ਤੇ ਭਾਰਤ ਦੇ ਇੰਟਰਸਟ ਨਹੀਂ ਉਹਦੇ ਨਾਲ ਮਿਲਦੇ, ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਡੇ ਵੀ ਨਹੀਂ ਮਿਲਦੇ ਵੀ ਅਸੀਂ ਉਹਨੂੰ ਉਹ ਕਰ ਲਈ। ਹਾਂ, ਜੇਕਰ ਉੱਥੇ ਕੋਈ ਬਹਿ ਕੇ ਹਿੰਸਕ ਕਾਰਵਾਈ ਕਰੂਗਾ ਫਿਰ ਅਸੀਂ ਉਹਦੇ ਵਿਰੁੱਧ ਕਾਰਵਾਈ ਕਰਾਂਗੇ। ਹੁਣ ਜਿਹੜਾ ਉਹਨਾਂ ਨੇ ਆਪਣੀ ਸੰਸਦ ਵਿੱਚ ਬਿਆਨ ਦਿੱਤਾ, ਉਹ ਜਾ ਕੇ ਜਿਹੜਾ ਭਾਰਤ ਸਰਕਾਰ ਤੇ ਬਿਲਕੁਲ ਜਿਹੜਾ ਭਾਰਤ ਸਰਕਾਰ ਕਹਿੰਦੇ ਉਰੇ ਪ੍ਰਚਾਰ ਕਰਨ ਲੱਗੀ ਵੀ ਦੇਖੋ ਜੀ ਅਸੀਂ ਕੈਨੇਡਾ ਨੂੰ ਕਹਿ ਦਿੱਤਾ ਵੀ ਸਖਤੀ ਨਾਲ ਕਿਹਾ, ਫਲਾਨਾ ਕਿਹਾ, ਉਹ ਸਾਰੇ ਦੇ ਉੱਤੇ ਪਾਣੀ ਫੇਰ ਦਿੱਤਾ। ਕੂਟਨੀਤਿਕ ਤੌਰ ਦੇ ਉੱਤੇ ਕੈਨੇਡਾ ਦਾ ਪ੍ਰਧਾਨ ਮੰਤਰੀ ਉੱਤੇ ਹੋ ਗਿਆ। ਉਹ ਕਹਿੰਦਾ ਵੀ ਦੇਖੋ ਸਾਡੇ ਮੁਲਕ ਦੇ ਵਿੱਚ ਤੁਹਾਡੀ ਜਿਹੜੀ ਹਿੰਦੁਸਤਾਨੀ ਹੁਕੂਮਤ ਆ ਉਹ ਇੰਟਰਫੇਅਰ ਕਰ ਰਹੀ ਹੈਗੀ ਆ, ਦਖਲਅੰਦਾਜ਼ੀ ਕਰ ਰਹੀ ਆ। ਇੱਕ ਬੰਦੇ ਨੂੰ ਡਿਪੋਰਟ ਵੀ ਕਰ ਦਿੱਤਾ ਵੀ ਇਹ ਜਿਹੜਾ ਹੈਗਾ ਤੁਹਾਡਾ ਜਿਹੜਾ ਹੈਗਾ ਇੰਟੈਲੀਜੈਂਸ ਦਾ ਬੰਦਾ ਸੀ, ਇਹ ਕਿਵੇਂ ਨਾ ਕਿਵੇਂ ਦਖਲਅੰਦਾਜ਼ੀ ਕਰਦਾ ਸੀ, ਪ੍ਰਭਾਵਿਤ ਕਰ ਰਿਹਾ ਸੀ। ਫਿਰ ਉੱਥੇ ਜਿਹੜੀਆਂ ਇੱਕ ਦੋ ਜਿਵੇਂ ਖਾਲਿਸਤਾਨੀ ਵਿਚਾਰਧਾਰਾ ਦੇ ਨਿੱਜਰ ਦੀ ਡੈਥ ਹੋਈ ਹੈ, ਉਹਦਾ ਮੁੱਦਾ ਚੁੱਕਿਆ ਵੀ ਇਹ ਸਾਰਾ ਕੁਝ ਤੁਹਾਡੇ ਵੱਲੋਂ ਕਰਵਾਇਆ ਜਾ ਰਿਹਾ ਹੈਗਾ। ਇਹ ਸਿੱਧੇ ਤੌਰ ਤੇ ਬਹੁਤ ਵੱਡਾ ਇਲਜ਼ਾਮ ਲਾਇਆ ਉਹਨੇ। ਮਤਲਬ ਦੇਖਿਆ ਜਾਵੇ ਤਾਂ ਭਾਰਤ ਨੂੰ ਕੂਟਨੀਤਿਕ ਤੌਰ ਦੇ ਉੱਤੇ ਇੱਕ ਜਿਹਨੂੰ ਆਪਾਂ ਕਹਿੰਦੇ ਧੋਬੀ ਪਟਕਾ ਦਿੱਤਾ ਹੈਗਾ ਜੀ। ਤੇ ਕੈਨੇਡਾ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਜੋ ਭਾਰਤ ਹੈ ਉਸਨੇ ਜੋ ਕੈਨੇਡੀਅਨ ਡਿਪਲੋਮੈਟ ਹੈ ਉਸਨੂੰ ਦੇਸ਼ ਛੱਡਣ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਤਾਂ ਜਵਾਬੀ ਹੈ, ਮਤਲਬ ਉਹਦੇ ਜਵਾਬ ਵਜੋਂ ਹੈਗਾ। ਪਰ ਹੁਣ ਸਵਾਲ ਇਹ ਨਾ ਵੀ ਕੈਨੇਡਾ ਦੇ ਨਾਲ ਉਹ ਆਪਣੇ ਮਤਭੇਦ ਵਧਾ ਕੇ ਭਾਰਤ ਨੂੰ ਕੋਈ ਫਾਇਦਾ ਨਹੀਂ ਹੋਏਗਾ। ਉਹਦਾ ਕਾਰਨ ਇਹ ਹੈਗਾ ਕਿ ਬਹੁਤ ਸਾਰੇ ਭਾਰਤੀ ਉੱਥੇ ਗਏ ਹੋਏ ਨੇ, ਉਹਨਾਂ ਦਾ ਉੱਥੇ ਦੀ ਅਰਥ ਵਿਵਸਥਾ 'ਚ ਵੱਡਾ ਯੋਗਦਾਨ ਹੈਗਾ। ਉਹ ਜਿਹੜਾ ਟਕਰਾਅ ਹੈਗਾ, ਕਿਉਂਕਿ ਉਹ ਕੈਨੇਡਾ ਦੀ ਜਿਹੜੀ ਉਹਦੇ ਭਾਰਤੀ ਆ ਉਹ ਵੋਟਾਂ ਵਾਲੇ ਮਾਮਲੇ ਵਿੱਚ ਵੀ ਯੋਗਦਾਨ ਰੱਖਦੇ ਹੈਗੇ ਨੇ, ਉਹਦਾ ਇੱਕ ਨੁਕਸਾਨ ਹੋ ਸਕਦਾ ਭਾਰਤ ਨੂੰ। ਇਹ ਭਾਰਤ ਨੂੰ ਸਮਝਣਾ ਪਏਗਾ ਕਿ ਉਹ ਆਪਣੇ ਤੌਰ ਦੇ ਉੱਤੇ ਖਾਸ ਇੱਕ ਨੈਰੇਟਿਵ ਘੜਨ ਲੱਗਿਆ ਸੀ ਖਾਲਿਸਤਾਨ ਦਾ ਵੀ ਅਸੀਂ ਕੈਨੇਡਾ ਨੂੰ ਐਂ ਕਰ ਦਿੱਤਾ। ਪਰ ਜਿਹੜੀ ਅੱਜ ਇੱਕ ਤਾਂ ਕੂਟਨੀਤਿਕ ਤੌਰ ਦੇ ਉੱਤੇ ਕੈਨੇਡਾ ਨੇ ਭਾਰਤ ਨੂੰ ਪਛਾੜ ਕੇ ਰੱਖ ਦਿੱਤਾ। ਦੂਜੇ ਪਾਸੇ ਇਹ ਹੈਗਾ ਵੀ ਜੇ ਇਹੀ ਨਜ਼ਰੀਆ ਰੱਖੇਗਾ, ਹੋਰ ਤਾਂ ਪਤਾ ਨਹੀਂ, ਪਰ ਪੰਜਾਬ ਦੀ ਗਰੰਟੀ ਹੈ ਕਿ ਪੰਜਾਬ ਦੇ ਵਿੱਚੋਂ ਜ਼ਿਆਦਾ ਨੁਕਸਾਨ ਹੋਏਗਾ ਕਿ ਵੱਡੀ ਗਿਣਤੀ 'ਚ ਪੰਜਾਬੀ ਬੈਠੇ ਨੇ। ਫਿਰ ਪੰਜਾਬੀਆਂ ਨੇ ਜਿਹੜਾ ਹੈਗਾ ਉਹ ਜ਼ਿਆਦਾ ਉਸਨੂੰ ਉਹ ਕਰੇਗਾ ਤੇ ਜਸਟਿਨ ਟਰੂਡੋ ਨੂੰ ਇਹਦਾ ਇੱਕ ਫਾਇਦਾ ਵੀ ਹੋ ਸਕਦਾ, ਕਿਉਂਕਿ ਜਿਹੜੇ ਇਲੈਕਸ਼ਨ ਹੋਣ ਵਾਲੀ ਉੱਥੇ ਵੀ ਹਾਲੇ ਕੋਈ ਚੰਗੇ ਹਾਲ ਨਹੀਂ ਲੱਗਦੇ ਟਰੂਡੋ ਦੇ ਵੀ। ਉੱਥੇ ਹੋ ਸਕਦਾ ਵੀ ਉੱਥੇ ਜਿਹੜੇ ਰੂੜੀਵਾਦੀਆਂ ਦੀ ਸਰਕਾਰ ਆ ਸਕਦੀ ਆ, ਉਹਦੀਆਂ ਚਰਚਾਵਾਂ ਨੇ। ਲੇਕਿਨ ਇਹਦਾ ਫਾਇਦਾ ਇਹ ਮਿਲੇਗਾ ਕਿ ਜਿਹੜੇ ਪੰਜਾਬੀ ਵੋਟ ਆ, ਸਿੱਖ ਵੋਟ ਆ ਖਾਸ ਕਰਕੇ, ਉਹਦੇ ਵਿੱਚ ਹਾਰਡਲਾਈਨਰ ਵੋਟ ਵੀ ਆ ਜਿਹੜੀ ਕੈਨੇਡਾ 'ਚ ਬੈਠੀ ਆ, ਉਹ ਸ਼ਾਇਦ ਟਰੂਡੋ ਵੱਲ ਝੁਕੇ। ਇਹਦਾ ਟਰੂਡੋ ਨੂੰ ਫਾਇਦਾ। ਟਰੂਡੋ ਇਹਦੇ ਵਿੱਚ ਇੱਕ ਵੋਟਾਂ ਵਾਲਾ ਪੱਖ ਵੀ ਹੋ ਸਕਦਾ, ਉਹਦਾ ਪੋਲੀਟੀਕਲ ਪੱਖ ਵੀ ਹੋ ਸਕਦਾ ਟਰੂਡੋ ਦਾ, ਪਰ ਇਹਦੇ ਨਾਲ ਦੀ ਨਾਲ ਹੀ ਕੂਟਨੀਤਿਕ ਤੌਰ ਤੇ ਲੇਕਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਧੋਬੀ ਪਟਕਾ ਦੇ ਦਿੱਤਾ ਜੀ। ਸ਼ਿਵਿੰਦਰ ਜੀ, ਹੁਣ ਅਸੀਂ ਅੱਜ ਦੇ ਅਹਿਮ ਮੁੱਦੇ ਤੇ ਚਰਚਾ ਕਰ ਲੈਂਦੇ ਹਾਂ। ਅੱਜ ਦੇ ਅਹਿਮ ਮੁੱਦੇ ਦੇ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰ ਲੈਂਦੇ ਹਾਂ। ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਵਿਦਿਆਰਥਣ ਦੀ ਮੌਤ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ, ਪ੍ਰੋਫੈਸਰ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ, ਪ੍ਰੋਫੈਸਰ ਤੇ ਸ਼ੋਸ਼ਣ ਦੇ ਦੋਸ਼ ਲੱਗੇ ਨੇ। ਕੀ ਕਹਿਣਾ ਚਾਹੋਗੇ ਨਾ ਸਭ ਬਾਰੇ?
ਅਸਲ 'ਚ ਜਿੰਨੀ ਵੀ ਡਿਬੇਟ ਚੱਲ ਰਹੀ ਹੈ ਇੱਕ ਤਰਫਾ ਚੱਲ ਰਹੀ ਹੈਗੀ ਆ, ਚਾਹੇ ਉਹ ਕੁੜੀ ਦੇ ਪੱਖ 'ਚ ਬੋਲ ਰਹੇ ਨੇ ਉਹ ਵੀ ਇੱਕ ਤਰਫਾ ਬੋਲ ਰਹੇ ਨੇ, ਪ੍ਰੋਫੈਸਰ ਦੇ ਪੱਖ 'ਚ ਬੋਲ ਰਹੇ ਨੇ ਉਹ ਵੀ ਇੱਕ ਤਰਫਾ ਬੋਲ ਰਹੇ ਨੇ। ਇਹਦੇ ਵਿੱਚੋਂ ਅਸਲੀਅਤ ਗਾਇਬ ਹੈਗੀ ਹੈ। ਬਾਅਦ ਵਿੱਚ ਫਿਰ ਸੋਸ਼ਲ ਮੀਡੀਆ ਤੇ ਆਪੋ ਆਪਣੇ ਢੰਗ ਨਾਲ ਇਹਦੇ ਨੈਰੇਟਿਵ ਘੜੇ ਜਾ ਰਹੇ ਨੇ। ਦੇਖੋ ਕਹਾਣੀ ਸਾਰੀ ਇਹ ਹੈਗੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਯੂਨੀਵਰਸਿਟੀ ਹੈ ਜਿੱਥੇ ਕਿ ਆਰਥਿਕ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ। ਸਰਕਾਰ ਨੇ ਉਹਦੀ ਬਾਂਹ ਨਹੀਂ ਫੜੀ ਤੇ ਇਹਨਾਂ ਨੇ ਫਿਰ ਆਪਣੇ ਤੌਰ ਤੇ ਹੱਲ ਲੱਭਿਆ ਵੀ ਅਸੀਂ ਏਕੀਕ੍ਰਿਤ ਕੋਰਸ ਸ਼ੁਰੂ ਕਰ ਦਈਏ, ਭਾਸ਼ਾਵਾਂ ਨਾਲ ਸੰਬੰਧਿਤ ਏਕੀਕ੍ਰਿਤ ਇਦਾਂ ਦੇ ਜਿਹਨੂੰ ਕਿ ਪੈਸੇ ਕਮਾਉਣ ਦੇ ਲਈ ਇਹ ਜਿਹੇ ਕੋਰਸ ਸ਼ੁਰੂ ਕਰ ਦਿੱਤੇ। ਹੁਣ ਮਸਲਾ ਇਹ ਸੀ ਕਿ ਤੁਹਾਡੇ ਕੋਲ ਪੁਰਾਣੇ ਕੋਰਸਾਂ ਵਾਸਤੇ ਤਾਂ ਇਨਫਰਾਸਟ੍ਰਕਚਰ ਹੈ ਨਹੀਂ, ਜਿਹੜੇ ਹੁਣ ਬੱਚੇ ਉੱਥੇ ਹੈਗੇ ਨੇ ਪੜ੍ਹਦੇ ਉਹਨਾਂ ਵਾਸਤੇ ਤੁਹਾਡੇ ਕੋਲ ਹੋਸਟਲ ਦਾ ਪ੍ਰਬੰਧ ਨਹੀਂ ਹੈਗਾ। ਤੁਸੀਂ ਹੋਰ ਕੋਰਸ ਸ਼ੁਰੂ ਕਰ ਲਏ ਨੇ, ਪੈਸੇ ਕਮਾਉਣ ਲਈ ਕਰ ਲਏ ਨੇ, ਪਰ ਬੱਚਿਆਂ ਨੇ ਰਹਿਣਾ ਵੀ ਹੈ ਕਿਤੇ, ਉਹਦੇ ਲਈ ਹੋਸਟਲ ਤਾਂ ਹੈ ਨਹੀਂ। ਜਦੋਂ ਬੁਨਿਆਦ ਖੜੀ ਕਰ ਦੋ ਫਿਰ ਤਾਂ ਹੈ। ਤੇ ਇੱਕ ਤਾਂ ਇਹ ਦਿੱਕਤਾਂ ਸੀਗੀਆਂ, ਉਹਨੂੰ ਲੈ ਕੇ ਬੱਚੇ ਪ੍ਰੋਟੈਸਟ ਕਰ ਰਹੇ ਸੀਗੇ। ਦੂਜਾ ਉਹਨਾਂ ਦੀ ਜਿਹੜੀ ਹੈਗੀ ਆ ਇਹ ਮਸਲਿਆਂ ਨੂੰ ਉੱਥੇ ਦਾ ਜਿਹੜਾ ਮੈਨੇਜਮੈਂਟ ਹੈ ਸਮੇਤ BC ਤੋਂ ਸਾਰਾ ਪ੍ਰਬੰਧਕ ਹੈ ਉਹ ਧਿਆਨ ਨਹੀਂ ਦੇ ਰਹੇ ਸੀ। ਏਕੀਕ੍ਰਿਤ ਕੋਰਸਾਂ ਦੀ ਜ਼ਿੰਮੇਵਾਰੀ ਦੇ ਦਿੱਤੀ, ਡਾਕਟਰ ਸੁਰਜੀਤ ਨੂੰ ਕੋਆਰਡੀਨੇਟਰ ਬਣਾ ਦਿੱਤਾ, ਜਿਹੜੇ ਕਿ ਪੰਜਾਬੀ ਦੇ ਬਹੁਤ ਵੱਡੇ ਵਿਦਵਾਨ ਵੀ ਨੇ, ਇੱਕ ਅੱਛੇ ਟੀਚਰ ਵੀ ਮੰਨੇ ਜਾਂਦੇ ਨੇ ਉਹ। ਡਾਕਟਰ ਸੁਰਜੀਤ ਦਾ ਜਿਹੜਾ ਸੁਭਾਅ ਹੈ, ਕਿਉਂਕਿ ਮੈਂ ਖੁਦ ਵੀ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਿਆ ਹੋਇਆ, ਡਾਕਟਰ ਸੁਰਜੀਤ ਇੱਕ ਮਿਹਨਤੀ ਟੀਚਰ ਹੈ। ਉਹਦੇ ਜਿਹੜੇ ਉਹ ਬਹੁਤ ਮਿਹਨਤ ਕਰਾਉਂਦਾ। ਉਹ ਇਸ ਤਰ੍ਹਾਂ ਦਾ ਮਿਹਨਤੀ ਹੈ ਕਿ ਜਿਵੇਂ ਹੁਣ ਕੋਈ ਬੱਚਾ ਕਲਾਸ 'ਚ ਨਹੀਂ ਆਇਆ, ਯੂਨੀਵਰਸਿਟੀ ਕਾਲਜ ਦੇ ਪ੍ਰੋਫੈਸਰ ਨੂੰ ਕੋਈ ਪਰਵਾਹ ਨਹੀਂ ਕਰਦਾ, ਚਲ ਕੋਈ ਨਹੀਂ ਆਇਆ ਨਾ ਆਵੇ, ਕੋਈ ਗੱਲ ਨਹੀਂ, ਤੇ ਬਾਅਦ ਵਿੱਚ ਲੈਕਚਰ ਸ਼ਾਰਟ ਕਰ ਦਾਂਗੇ, ਕੋਈ ਗੱਲ ਨਹੀਂ। ਕੁਝ ਹੁੰਦੇ ਨੇ ਕਿ ਨਹੀਂ, ਆਪਣੇ ਉਹਦੇ ਨਾਲ ਦਿਆਂ ਨੂੰ ਕਹਿੰਦੇ ਨੇ ਜਾਂ ਬੱਚੇ ਨੂੰ ਕਹਿੰਦੇ ਨੇ ਵੀ ਤੂੰ ਆਇਆ ਕਰ ਬਈ, ਆਪਦੇ ਉਹਦੇ ਦੋਸਤਾਂ ਨੂੰ ਕਹਿੰਦੇ ਨੇ ਉਹਨੂੰ ਕਹਿ ਆਇਆ ਕਰ। ਸੁਰਜੀਤ ਦਾ ਰਵੱਈਆ ਇਹ ਸੀਗਾ ਕਿ ਉਹ ਜੇ ਕੋਈ ਬੱਚਾ ਨਹੀਂ ਆਉਂਦਾ ਉਹਦੇ ਘਰੇ ਫੋਨ ਕਰਦਾ ਵੀ ਤੁਹਾਡਾ ਬੱਚਾ ਆ ਨਹੀਂ ਰਿਹਾ ਹੈਗਾ। ਉਹ ਇਸ ਤੋਂ ਵੀ 3 ਕਦਮ ਅੱਗੇ ਵੱਧ ਕੇ ਕਰਦਾ। ਫਿਰ ਕਈ ਵਾਰ ਉਹਨੂੰ ਗੁੱਸੇ 'ਚ ਬੋਲਦਾ ਵੀ ਹੈ, ਗੁੱਸੇ 'ਚ ਬੋਲਦਾ ਉਹ ਬਦਤਮੀਜ਼ੀ ਦੇ ਵਿੱਚ ਵੀ ਆ ਜਾਂਦਾ ਵੀ ਉਹਦੀ ਬੋਲੀ ਜਿਹੜੀ ਹੈ ਉਹਨੂੰ ਪਤਾ ਉਹਦੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਆ। ਇੱਕ ਡਿਕਟੇਟਰ ਸੁਭਾਅ ਸੀ ਉਹਦੀ ਪਰਸਨੈਲਿਟੀ ਆ। ਪਰ ਉਹਦੇ ਵਿੱਚ ਇਹ ਵੀ ਹੈ ਕਿ ਉਹ ਮਿਹਨਤ ਬਹੁਤ ਕਰਾਉਂਦਾ ਹੈ। ਉਹਦੇ ਜਿੰਨੇ ਸਟੂਡੈਂਟ ਇੰਟੈਲੀਜੈਂਟ ਬਹੁਤ ਨੇ, ਵੱਡੇ ਵੱਡੇ ਰਾਈਟਰ ਨੇ ਉਹਦੇ ਸਟੂਡੈਂਟ, ਇਹ ਵੀ ਸੱਚ ਹੈ। ਤੇ ਕਿਉਂਕਿ ਉਹਦਾ ਉਹ ਮੰਨੀ ਬੈਠਾ ਕਿ ਉਹਨੇ ਉਹਦਾ ਇੱਕ ਇਹ ਮੰਨਣਾ ਕਿ ਮੈਂ ਜਿਹੜੀ ਰਿਸਰਚ ਹੈ, PhD ਹੈ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ, ਉਹਨੂੰ ਬਹੁਤ ਗੰਭੀਰ ਬਣਾ ਦੇਣੀਆਂ। ਤੇ ਉਹ ਸਮੇਂ-ਸਮੇਂ ਤੇ ਗਰੀਬ ਵਿਦਿਆਰਥੀਆਂ ਦੀ ਮਦਦ ਵੀ ਕਰਦਾ। ਇਹ ਪੱਖ ਆਇਆ ਨਹੀਂ ਹੈਗਾ। ਜੇ ਕਿਸੇ ਕੋਲ ਫੀਸ ਨਹੀਂ ਭਰੀ ਜਾਂਦੀ, ਫੀਸ ਭਰ ਜਾਂਦਾ। ਹੁਣ ਜਿਹੜੇ ਬੱਚੇ ਨੂੰ ਹੋਸਟਲ ਨਹੀਂ ਮਿਲਦਾ ਪਰ ਬੱਚਾ ਪੜ੍ਹਨ ਵਾਲਾ, ਉਹਨੂੰ ਕਹਿੰਦਾ ਮੇਰੇ ਘਰੇ ਰਹਿ ਪਾ, ਇਹ ਵੀ ਅਸੀਂ ਦੇਖਿਆ ਹੈਗਾ। ਇਹ ਵੀ ਇੱਕ ਪੱਖ ਹੈ ਸੁਰਜੀਤ ਦਾ। ਤੇ ਸ਼ਰਤ ਇੱਕ ਪੜ੍ਹਨਾ ਪਊਗਾ, ਘਰੇ ਮੇਰੇ ਰਹਿ ਪਾ ਪਰ ਸ਼ਰਤ ਇੱਕ ਪੜ੍ਹਨਾ ਪਊਗਾ। ਇਹ ਤਾਂ ਸੀ ਸੁਰਜੀਤ ਦੀ ਪਰਸਨੈਲਿਟੀ। ਇਹਦੇ ਵਿੱਚ ਕੀ ਆਇਆ ਕਿ ਕਈ ਬੱਚੇ ਉਹਦੀ ਬੋਲਬਾਣੀ ਤੋਂ ਜਿਹੜੇ ਹੈਗੇ ਆ ਗੁੱਸੇ ਸੀਗੇ, ਜੋ ਕਿ ਮੈਨੂੰ ਲੱਗਦਾ ਸੁਰਜੀਤ ਨੂੰ ਸਮੇਂ ਦੇ ਹਾਣ ਦਾ ਬਣਨਾ ਚਾਹੀਦਾ ਸੀ। ਉਹਨੂੰ ਇਸ ਤਰ੍ਹਾਂ ਦੀ ਕਰਖਤ ਬੋਲੀ ਨਹੀਂ ਬੋਲਣੀ ਚਾਹੀਦੀ ਸੀ। ਉਹਦੇ ਵਿੱਚੋਂ ਇੱਕ ਕੁੜੀ ਹੈ ਜਸ਼ਨਦੀਪ ਦਮੇ ਦੀ ਬਿਮਾਰੀ ਤੋਂ ਪੀੜਤ ਸੀ। ਉਹਨੂੰ ਦਮਾ ਸੀ, ਉਹਦਾ ਇਲਾਜ ਚੱਲਦਾ ਸੀ ਬਕਾਇਦਾ। ਉਹਦੇ ਵਿੱਚ ਕੀ ਹੋਇਆ ਕਿ ਪਿਛਲੇ ਸਾਲ ਉਹਨੇ ਛੁੱਟੀਆਂ ਕਰਕੇ ਉਹਦਾ ਇੱਕ ਪੇਪਰ ਨਹੀਂ ਦੇ ਸਕੀ। ਉਹ ਐਤਕੀ ਵੀ ਛੁੱਟੀਆਂ ਹੋ ਰਹੀਆਂ ਸੀ। ਸੁਰਜੀਤ ਉਹਨੂੰ ਕਹਿ ਰਿਹਾ ਸੀ ਵੀ ਤੂੰ ਲੈਕਚਰ ਲਾਇਆ ਕਰ ਬਾਈ, ਜਿਵੇਂ ਹੋਰਾਂ ਨੂੰ ਕਹਿੰਦਾ, ਸਖਤੀ ਨਾਲ ਵੀ ਡਾਂਟਦਾ ਹੋਏਗਾ। ਤੇ ਹੋਇਆ ਕਿ ਉਹ ਇੱਕ ਦਿਨ ਜਦੋਂ ਪ੍ਰੋਟੈਸਟ ਚੱਲ ਰਿਹਾ ਸੀ ਯੂਨੀਵਰਸਿਟੀਆਂ ਦੀਆਂ ਹੋਰ ਮੰਗਾਂ ਨੂੰ ਲੈ ਕੇ, ਉਹਦੇ ਵਿੱਚੋਂ ਆ ਵੀ ਮੰਗ ਸੀ ਕਿ ਸੁਰਜੀਤ ਨੂੰ ਜਿਹੜਾ ਏਕੀਕ੍ਰਿਤ ਵਿਭਾਗ ਹੈ ਇਹਦਾ ਕੋਆਰਡੀਨੇਟਰ ਤੋਂ ਹਟਾਇਆ ਜਾਵੇ। ਉਹ BC ਦੇ ਕੋਲ ਗਏ ਸੀ, ਤਮਾਮ ਸਟੂਡੈਂਟ ਯੂਨੀਅਨ ਦੇ ਬੱਚੇ, ਉਹਦੇ ਵਿੱਚ ਸਾਰੀਆਂ ਯੂਨੀਅਨ ਸੀ, ਲੈਫਟ ਵੀ ਸੀ, ਦੂਜੀਆਂ ਸਭ ਸੀਗੀਆਂ। ਤੇ ਉਹ ਜਦੋਂ BC ਨੇ ਭਰੋਸਾ ਵੀ ਦਿੱਤਾ ਕਿ ਠੀਕ ਹੈ ਵੀ ਆਪਾਂ ਇੱਕ ਇਹਨੂੰ ਉਹ ਤੋਂ ਹਟਾ ਦਿਆਂਗੇ, ਥੋੜੀ ਸ਼ਿਕਾਇਤ ਦੇ ਦਿਓ ਤੇ ਉਸ ਤੋਂ ਬਾਅਦ ਵਿੱਚ ਅਸੀਂ ਆਪਾਂ ਦੇਖ ਲਾਂਗੇ। ਲੇਕਿਨ ਉਹ ਕੁਝ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਨਹੀਂ, ਇਹਨੂੰ ਯੂਨੀਵਰਸਿਟੀ ਤੋਂ ਵੀ ਫਾਰਗ ਕੀਤਾ ਜਾਵੇ। ਉਸੇ ਦੌਰਾਨ ਫਿਰ ਇੱਕਦਮ ਸੁਰਜੀਤ ਵੀ ਆਪਣਾ ਪੱਖ ਰੱਖਣ ਆ ਗਿਆ ਬੱਚਿਆਂ ਦੇ ਮੂਹਰੇ। ਜਦੋਂ ਆਇਆ ਤਾਂ ਉਹਦੇ ਵਿੱਚੋਂ ਹੀ ਖਬਰ ਆ ਜਾਂਦੀ ਹੈ, ਵੀਰਵਾਰ ਵਾਲਾ ਦਿਨ ਸੀਗਾ, ਕਿ ਉਹ ਕੁੜੀ ਦੀ ਡੈਥ ਹੋ ਗਈ, ਜਸ਼ਨਦੀਪ ਦੀ। ਉਦੋਂ ਬਾਅਦ ਵਿੱਚ ਕੁਝ ਬੱਚੇ ਜਿਹੜੇ ਹੈਗੇ ਆ ਹੁੱਲੜਬਾਜ਼ੀ ਕਰਨ ਲੱਗ ਗਏ, ਜਿਹੜੇ ਕਿ ਥੋੜਾ ਸ਼ੱਕ ਵੀ ਹੈ ਕਿ ਉਹ ਕਿਹੜੇ ਬੱਚੇ ਨੇ। ਉਹਦੇ ਵਿੱਚੋਂ ਤਾਂ ਇੱਕ ਤਾਂ ਕੁਛ ਇਹੋ ਜਿਹੇ ਬੱਚੇ ਹੈਗੇ ਨੇ ਜਿਹੜੇ ਸੁਰਜੀਤ ਨੂੰ ਵੀ ਖਾਸ ਤਰੀਕੇ ਨਾਲ ਡਿਜ਼ਾਈਨ ਕਰ ਰਹੇ ਸੀ, ਜੀ ਫਲਾਨੀ ਵਿਚਾਰਧਾਰਾ ਦਾ ਫਲਾਨਾ। ਉਹਨਾਂ ਦੀ ਪੁਰਾਣੀ ਖੁੰਦਕ ਸੀ, ਉਹਨਾਂ ਨੇ ਖੁੰਦਕ ਕੱਢੀ, ਉਹਦੇ ਤੇ ਅਟੈਕ ਕਰਤਾ, ਉਹਨੂੰ ਜ਼ਖਮੀ ਕੀਤਾ। ਉਹ ਮਤਲਬ ਉਹਨਾਂ ਨੇ ਉਹ ਪੂਰੇ ਕੌਨਸ਼ੀਅਸ ਹੋ ਕੇ ਕੀਤਾ ਹੈ।
ਇਹ ਚੀਜ਼ ਜੋ ਕਿ ਗਲਤ ਹੈ। ਤੇ ਉਸ ਤੋਂ ਬਾਅਦ ਉਹਨੂੰ ਬਚਾ ਕੇ ਲਿਖ ਗਿਆ। ਫਿਰ ਉਸ ਤੋਂ ਬਾਅਦ ਵਿੱਚ ਤਰ੍ਹਾਂ ਤਰ੍ਹਾਂ ਦੀ ਕਹਾਣੀ ਬਣਾ ਲਈ ਵੀ ਕੁੜੀ ਤਾਂ ਜੀ ਸਰਜੀਤ ਨੇ ਮਾਰੀ ਹੈ, ਉਹਦਾ ਸ਼ੋਸ਼ਣ ਕਰਦਾ ਸੀ, ਉਹ ਫਲਾਨਾ ਕਰਦਾ ਸੀ। ਇਹਦਾ ਕੁਝ ਨਹੀਂ ਸੀ। ਕੁੜੀ ਉਰੇ ਬਿਮਾਰ ਹੋ ਗਈ ਸੀ ਯੂਨੀਵਰਸਿਟੀ 'ਚ। ਉਹਦੇ ਘਰ ਦੇ ਮੁਤਾਬਕ ਯੂਨੀਵਰਸਿਟੀ ਨੇ ਥੋੜਾ ਜਿਹਾ ਇਲਾਜ ਕਰਾਉਣ ਦੀ ਵੀ ਕੋਸ਼ਿਸ਼ ਕੀਤੀ, ਯੂਨੀਵਰਸਿਟੀ ਪ੍ਰਸ਼ਾਸਨ ਨੇ ਵੀ ਕਿਹਾ, ਤੇ ਪਰ ਕੁੜੀ ਦਾ ਕਹਿਣਾ ਸੀ ਵੀ ਉਹ ਘਰੇ ਜਾਣਾ ਚਾਹੁੰਦੀ ਹੈ। ਫਿਰ ਉੱਥੇ ਉਹਦੀਆਂ ਸਹੇਲੀਆਂ ਨੇ ਕਿਵੇਂ ਫੋਨ ਆਇਆ ਉਹਦੇ ਮਾਪਿਆਂ ਨੂੰ, ਉਹਦੀ ਮਾਂ ਤੇ ਉਹਦਾ ਭਰਾ ਲੈ ਗਏ ਉਹਨੂੰ। ਉੱਥੇ ਲੈ ਕੇ ਉਸ ਤੋਂ ਬਾਅਦ ਵਿੱਚ ਉਹਦੀ ਰਾਤ ਨੂੰ 2:15-2:30 ਵਜੇ ਦੇ ਕਰੀਬ ਡੈਥ ਹੋ ਜਾਂਦੀ ਹੈ। ਤੇ ਇੱਥੋਂ ਤੱਕ ਕਿ ਉਹਦਾ ਸੰਸਕਾਰ ਵੀ ਕਰ ਦਿੰਦੇ ਨੇ ਉਹ। ਉਸ ਤੋਂ ਬਾਅਦ ਜਿਹੜਾ ਅੱਜ ਕੱਲ੍ਹ ਬੰਦਾ ਬਿਆਨ ਦੇ ਰਿਹਾ ਉਹਦਾ ਤਾਇਆ ਬਣ ਕੇ, ਜੋ ਕਿ ਸੱਕਾ ਤਾਇਆ ਨਹੀਂ, ਘਰਾਂ ਚੋਂ ਕਹਿ ਰਿਹਾ ਮੈਂ ਪਿੰਡ ਚੋਂ ਤਾਇਆ ਵਾਂ, ਸ਼ਾਇਦ ਉਹ ਘਰਾਂ ਚੋਂ ਵੀ ਨਹੀਂ ਹੈਗਾ, ਪਿੰਡ ਚੋਂ ਆ ਤਾਇਆ, ਬਹੁਤਾ ਉਹੀ ਬੋਲ ਰਿਹਾ ਉਹਦੇ ਡੈਡੀ ਨਾਲੋਂ ਜ਼ਿਆਦਾ। ਉਹਨੇ ਪਹਿਲੀ ਵਾਰ ਮੇਰੀ ਇੱਕ ਜਰਨਲਿਸਟ ਦੋਸਤ ਨਾਲ ਗੱਲ ਕੀਤੀ ਜਦੋਂ ਉਹ ਸੰਸਕਾਰ ਹੋ ਰਿਹਾ ਸੀ। ਉਹਦਾ ਕਹਿਣਾ ਸੀ ਵੀ ਸਾਨੂੰ ਤਾਂ ਕੁਛ ਨਹੀਂ ਪਤਾ ਸੀ, ਸਾਨੂੰ ਤਾਂ ਸਟੂਡੈਂਟਸ ਨੇ ਫੋਨ ਕੀਤਾ ਵੀ ਤੁਸੀਂ ਤੁਹਾਡੀ ਕੁੜੀ ਪਿੱਛੇ ਲੜ ਰਹੇ ਹੋ, ਤੁਸੀਂ ਇੱਥੇ ਬੈਠੇ ਹੋ। ਇਹ ਉਹਦਾ ਬਿਆਨ ਸੀ। ਉਹਦੇ ਬਾਅਦ ਵਿੱਚ ਉਹਦੇ ਬਿਆਨ 'ਚ ਚੇਂਜ ਆਈ ਹੈ, ਇਹ ਨੋਟ ਕਰਨ ਵਾਲਾ। ਤੇ ਜਦੋਂ ਉਹਦੇ ਬਿਆਨ ਦੇ ਵਿੱਚ ਚੇਂਜ ਆਈ ਹੈ ਤੇ ਉਹ ਹੁਣ ਉਹਦਾ ਬਿਆਨ ਆਇਆ ਵੀ ਸਾਡੀ ਕੁੜੀ ਨੇ ਕਹਿ ਦਿੱਤਾ ਵੀ ਸਾਡੇ ਘਰੇ ਆ ਕੇ ਦੱਸਿਆ ਸੀ ਵੀ ਉਹ ਤੰਗ ਕਰਦਾ, ਪ੍ਰੋਫੈਸਰ ਫਲਾਨਾ ਕਰਦਾ, ਇਹ ਗੱਲ ਹੈ। ਉਹਦੇ ਵਿੱਚ ਵੀ ਇੱਕ ਜਗ੍ਹਾ ਕਹਿੰਦੇ ਆ ਕਿ ਨਹੀਂ ਕੁੜੀ ਜੀ ਡਿਪਰੈਸ਼ਨ 'ਚ ਮਰ ਗਈ, ਜਦ ਕਿ ਉਹਦੀ ਮਾਂ ਇੱਕ ਚੈਨਲ ਤੇ ਕਹਿ ਰਹੀ ਹੈ ਵੀ ਕੁੜੀ ਨੂੰ ਬਿਮਾਰੀ ਸੀਗੀ। ਉਹਦਾ ਪਤਾ ਵੀ ਲੱਗ ਗਿਆ। ਇੱਕ ਮੈਂ ਤੁਹਾਨੂੰ ਦਿਖਾ ਵੀ ਦਿੰਦਾ, 1 ਮਿੰਟ ਮੇਰੇ ਕੋਲ ਇੱਕ ਹੈ, ਇੱਕ ਮਿੰਟ ਜੀ, ਮੈਂ ਕਹਾਂਗਾ ਕਿ ਇਹ ਕੈਮਰੇ ਦੇ ਵਿੱਚ ਆ ਵੀ ਜਾਵੇ। ਮੇਰੇ ਕੋਲ ਇੱਕ ਮੇਰੇ ਸਰੋਤ ਦੇ ਰਾਹੀਂ ਇੱਕ ਚੈਟ ਆਈ ਹੋਈ ਹੈ ਜਿਹੜੀ ਕਿ ਇਹ ਚੈਟ ਹੋ ਰਹੀ ਹੈ, ਜਿਹੜੀ ਹੈਗੀ ਹੈ ਸੁਰਜੀਤ ਨੂੰ ਉਹ ਲੜਕੀ ਨੇ ਕਿਹਾ, ਜੇ ਦਿਖਦਾ ਹੋਵੇ ਤਾਂ ਮੈਂ ਸੁਣਾ ਦਿੰਦਾ। ਕੁੜੀ ਪੁੱਛ ਰਹੀ ਹੈ, ਲੰਮੀ ਸਾਰੀ ਲਿਖੀ ਹੋਈ ਹੈ ਕਿ ਕੁੜੀ ਨੇ ਰੋਮਨ 'ਚ ਲਿਖਿਆ ਕਿ ਸਰ ਤੁਸੀਂ ਸਾਨੂੰ ਜਿਹੜਾ ਹੈਗਾ ਦੱਸ ਸਕਦੇ ਹੋ ਕਿ ਕੀ ਸਾਡੀਆਂ ਕਲਾਸਿਸ ਲੱਗਣਗੀਆਂ ਜਾਂ ਨਹੀਂ। ਇੰਗਲਿਸ਼ ਦਾ ਜਿਹੜਾ ਹੈਗਾ ਲੈਕਚਰ ਵੀ ਕੈਂਸਲ ਹੋ ਗਿਆ। ਤੇ ਸਰਜੀਤ ਦਾ ਇੱਕ ਮੈਸੇਜ ਹੈ, ਲੱਗੇਗੀ ਮੇਰੀ ਕਲਾਸ, ਮੈਂ ਹੋਰਾਂ ਕਲਾਸਾਂ ਵੀ ਲੱਗ ਰਹੀਆਂ ਨੇ, ਸਿਰਫ ਪੰਜਾਬੀ ਵਿਭਾਗ ਵਾਲਿਆਂ ਦਾ ਕੋਈ ਫੰਕਸ਼ਨ ਹੈ। ਉਹਦੇ ਬਾਅਦ ਕੁੜੀ ਫੇਰ ਕਹ ਰਹੀ ਹੈ, ਓਕੇ ਸਰ, ਹੈਲੋ ਸਰ, ਮੈਂ ਜਸ਼ਨਦੀਪ ਕੌਰ, ਫਲਾਨਾ ਰੋਲ ਨੰਬਰ। ਸਰ ਮੈਂ ਅਸਥਮੇ ਤੋਂ ਜਿਹੜਾ ਹੈਗਾ ਪੀੜਤ ਹੈਗੀ ਹਾਂ, ਮੇਰੀ ਜਿਹੜੀ ਹੈਗੀ ਮੈਡੀਕਲ ਟ੍ਰੀਟਮੈਂਟ ਵੀ ਚੱਲ ਰਿਹਾ, ਉਹ ਸਾਰਾ ਲਿਖ ਰਹੀ ਆ, ਮੈਂ ਤੁਹਾਨੂੰ ਵੀ ਪੜ੍ਹਾ ਰਿਹਾ। ਆਹ ਉਹ ਚੈਟ ਮੇਰੇ ਕੋਲ ਆਈ ਹੈ। ਤੇ ਇਹਦਾ ਮਤਲਬ ਕੀ ਹੈ ਕਿ ਬਾਅਦ ਵਿੱਚ ਕਿਹਾ ਗਿਆ ਕਿ ਨਹੀਂ ਜੀ ਉਹ ਅਸਥਮੇ ਕਰਕੇ ਨਹੀਂ ਮਰੀ, ਹੋਰ ਕਹਾਣੀਆਂ ਬਣਾਈਆਂ ਗਈਆਂ। ਹੁਣ ਹੋ ਕੀ ਰਿਹਾ ਇਹਦੇ ਵਿੱਚ, ਸਿਰਫ ਜਿਹੜੀ ਕਹਾਣੀ ਕੀ ਹੈ, ਯੂਨੀਵਰਸਿਟੀ ਦੇ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਉਦੋਂ ਜਦੋਂ ਸਰਜੀਤ ਦਾ ਵਿਵਹਾਰ ਨੂੰ ਲੈ ਕੇ ਬਹੁਤ ਸਾਰੇ ਬੱਚੇ ਗਏ। ਨੰਬਰ 1, ਯੂਨੀਵਰਸਿਟੀ ਦੀ ਗਲਤੀ, ਉਹਨੇ ਬਦਲ ਦਿੱਤਾ ਗਿਆ ਮਾਮਲਾ। ਸਰਜੀਤ ਦੀ ਗਲਤੀ ਹੈ ਕਿ ਉਹ ਬੱਚਿਆਂ ਨੂੰ ਸਹੀ ਢੰਗ ਨਾਲ, ਮਨੋਵਿਗਿਆਨਕ ਢੰਗ ਨਾਲ ਸਮਝ ਨਹੀਂ ਸਕਿਆ। ਪਰ ਇਹ ਕਹਿਣਾ ਵੀ ਸਰਜੀਤ ਨੇ ਕੁੜੀ ਮਾਰਤੀ, ਇਹ ਕਹਿ ਦੇਣਾ ਵੀ ਸਰਜੀਤ ਜਿਹੜਾ ਹੈਗਾ ਆਏ ਉਹਦੇ ਤੇ ਕਈ ਤਰ੍ਹਾਂ ਦੇ ਦੋਸ਼ ਲੱਗਣ ਲੱਗ ਗਏ, ਸ਼ੋਸ਼ਣ ਕਰਦਾ, ਫਲਾਨਾ ਕਰਦਾ, ਇੱਦਾਂ ਕੁਛ ਨਹੀਂ ਹੈਗਾ। ਉਹ ਇੱਕ ਅੱਛਾ ਟੀਚਰ ਆ, ਬਸ ਉਹ ਇੱਕ ਬਦਤਮੀਜ਼ ਟੀਚਰ ਹੈ। ਅੱਛਾ ਟੀਚਰ ਹੈ, ਬਦਤਮੀਜ਼ ਟੀਚਰ ਹੈ, ਜਿਹਨੂੰ ਕਿ ਬਦਕਲਾਮੀ ਕਰਦਾ, ਉਹਨੂੰ ਬੋਲਣ ਦੀ ਅਕਲ ਨਹੀਂ ਹੈਗੀ, ਜੋ ਕਿ ਨਹੀਂ ਹੋਣਾ ਚਾਹੀਦਾ। ਉਹ ਇੱਕ ਪਤਾ ਨਹੀਂ ਕਿਹੜੇ ਭਰਮ 'ਚ ਬੈਠਾ ਵੀ ਬੱਚਿਆਂ ਨੂੰ ਜਿਹੜਾ ਹੈਗਾ ਸਖਤੀ ਨਾਲ ਹੀ ਸਮਝਾਇਆ ਜਾ ਸਕਦਾ। ਅੱਜ ਦਾ ਸਮਾਂ ਸਖਤੀ ਨਾਲ ਨਹੀਂ ਹੈਗਾ। ਤੇ ਦੂਜੀ ਜਿਹੜੀ ਚੀਜ਼ ਨੋਟ ਕਰਨ ਵਾਲੀ ਹੈਗੀ ਆ, ਉਹ ਹੈਗੀ ਆ ਕਿ ਹੁਣ ਫਿਰ ਇਹਦੇ ਵਿੱਚ ਇੱਕ ਖਾਸ ਪ੍ਰਸੰਗ ਆ ਗਿਆ ਜੀ, ਉਹ ਕਾਮਰੇਡ ਆ ਵੀ ਉਹ ਸਿੱਖੀ ਦੇ ਉਲਟਾ ਫਲਾ ਕਾਮਰੇਡ ਵਰਸਸ ਸਿੱਖ ਚੱਲ ਪਿਆ, ਜੋ ਕਿ ਇਦਾਂ ਦਾ ਕੁਛ ਹੈ ਹੀ ਨਹੀਂ। ਇਦਾਂ ਦਾ ਹੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੇ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਬੇਵਕੂਫ ਕਿਸਮ ਦਾ, ਜੋ ਕਿ ਬਿਲਕੁਲ ਬੀਜੇਪੀ ਦੇ ਏਜੰਡੇ ਵਾਲਾ ਬਿਆਨ ਹੈਗਾ। ਬੀਜੇਪੀ ਵੀ ਐਂ ਕਰਦੀ ਹੈ, ਰੈਸ਼ਨਲ ਲੋਕਾਂ ਨੂੰ ਠੱਪੇ ਲਾਉਂਦੀ ਹੈ, ਇਹੀ ਕੰਮ ਜਥੇਦਾਰ ਕਰ ਰਹੇ। ਹੁਣ ਜਿਹੜੇ ਪੰਜਾਬ ਦੇ ਵਿੱਚ ਇਹ ਪ੍ਰਸੰਗ ਛੇੜਨ ਲੱਗੇ ਹੋਏ ਨੇ ਕਾਮਰੇਡ ਵਰਸਸ ਸਿੱਖ, ਉਹ ਕਿਸਾਨ ਅੰਦੋਲਨ ਤੋਂ ਚੱਲਦਾ ਆ ਰਿਹਾ, ਉਹ ਬੀਜੇਪੀ ਦੇ ਫਿੱਟ ਆ ਰਿਹਾ। ਬੀਜੇਪੀ ਦੇ ਬੰਦੇ ਜਿਹੜੇ ਕਿ ਸਿੱਖੀ ਰੂਪ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਨੇ, ਉਹਨਾਂ ਦਾ ਪ੍ਰਵਚਨ ਆਏ ਕਿਤੇ ਅਸੀਂ ਕੋਈ ਪੰਜਾਬ ਨੂੰ, ਕਿਤੇ ਇਹ ਤਾਂ ਨਹੀਂ ਕਿ ਬੀਜੇਪੀ ਖੁਦ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰ ਸਕਦੀ, ਉਹ ਸਿੱਖਾਂ ਦੇ ਵਿੱਚ ਇੱਕ ਇਹੋ ਜਿਹਾ ਸੈਕਸ਼ਨ ਪੈਦਾ ਕਰਕੇ ਖਰਾਬ ਕਰ ਰਹੀ ਹੈ। ਇਹ ਸੋਚਣ ਵਾਲੀ ਗੱਲ ਹੈਗੀ ਆ। ਸੋ ਇਸ ਕਰਕੇ ਮਾਮਲੇ ਦੇ ਵਿੱਚ ਦੋਹੇ ਪਰਤਾਂ ਸੀਗੀਆਂ ਕਿ ਯੂਨੀਵਰਸਿਟੀ ਨੇ ਮਾਮਲੇ ਨੂੰ ਬਦਲ ਦਿੱਤਾ। ਸੁਰਜੀਤ ਦਾ ਵਿਵਹਾਰ ਮਾੜਾ ਸੀ, ਸੁਰਜੀਤ ਨੂੰ ਉਦੋਂ ਹੀ ਉਹਦੇ ਕੋਲੋਂ ਇਹ ਡਿਪਾਰਟਮੈਂਟ ਖੋਲ੍ਹ ਲੈਣਾ ਚਾਹੀਦਾ ਸੀ, ਉਹਦੀ ਜਵਾਬ ਤਲਬੀ ਹੋਣੀ ਚਾਹੀਦੀ ਸੀਗੀ। ਤੇ ਕੁੜੀ ਦੇ ਮਾਮਲੇ ਵਿੱਚ ਵੀ ਜਿਹੜਾ ਹੈਗਾ ਬੱਚਿਆਂ ਨੂੰ ਜਿਹੜਾ ਹੈਗਾ, ਚਾਹੇ ਇਹ ਕੁੜੀ ਹੈ ਜਾਂ ਹੋਰ ਬੱਚੇ ਨੇ, ਉਹਨਾਂ ਨੂੰ ਜਿਹੜਾ ਸਹੀ ਢੰਗ ਨਾਲ ਜਿਹੜਾ ਹੈਗਾ ਕੀਤਾ ਜਾਣਾ ਚਾਹੀਦਾ ਸੀਗਾ। ਤੇ ਵੱਡੀ ਚੀਜ਼ ਹੈ ਕਿ ਜਿਹੜਾ ਹੁਣ ਮਾਮਲਾ ਵਧਾਇਆ ਜਾ ਰਿਹਾ ਵੀ ਇਹਨੂੰ ਇੱਕ ਦੋ ਵਿਚਾਰਧਾਰਾਵਾਂ ਦਾ ਮੁੱਦਾ ਬਣਾ ਲਿਆ, ਹੋਰ ਬਣਾ ਲਿਆ, ਜਾਂ ਲੈਫਟ ਵਰਸਸ ਰਾਈਟ ਬਣਾ ਲਿਆ, ਇੱਦਾਂ ਕੁਛ ਨਹੀਂ। ਸਰਜੀਤ ਦੇ ਵਿਰੁੱਧ ਜਿਹੜਾ ਪ੍ਰੋਟੈਸਟ ਕਰ ਰਹੀਆਂ ਜਥੇਬੰਦੀਆਂ ਵੀ ਲੈਫਟ ਸੀਗੀਆਂ, ਇਹ ਵੀ ਯਾਦ ਰੱਖੋ, ਹੋਰ ਨਹੀਂ ਇੰਨੀਆਂ ਐਕਟਿਵ ਸੀਗੀਆਂ। ਹੋਰ ਤਾਂ ਕੋਈ ਉੱਥੇ ਐਕਟਿਵ ਜਥੇਬੰਦੀਆਂ ਨਹੀਂ ਹੈਗੀਆਂ, ਇੱਕ ਦੋ ਨੂੰ ਛੱਡ ਕੇ।
ਤੇ ਇਹੀ ਐਕਟਿਵ ਸੀ। ਇਸ ਕਰਕੇ ਮੈਨੂੰ ਲੱਗਦਾ ਕਿ ਮੇਨ ਜਿਹੜਾ ਵਿਸ਼ਾ ਹੈਗਾ ਉਹ ਟੀਚਰ ਤੇ ਸਟੂਡੈਂਟ ਦੇ ਰਿਲੇਸ਼ਨ ਦਾ ਕਿਵੇਂ ਹੋਣਾ ਚਾਹੀਦਾ। ਯੂਨੀਵਰਸਿਟੀ ਦਾ ਜਿਹੜਾ ਆਰਥਿਕ ਸੰਕਟ ਹੈ ਜਿਹਨੂੰ ਉਹਨੇ ਨਿਕਲਣ ਦੇ ਲਈ ਤਰ੍ਹਾਂ ਦੀਆਂ ਸਕੀਮਾਂ ਕੱਢ ਲਈਆਂ, ਪਰ ਉਹ ਆਰਥਿਕ ਸੰਕਟ ਦੇ ਵਿੱਚ ਸਕੀਮਾਂ ਕੱਢ ਲਈਆਂ, ਕੋਰਸ ਸ਼ੁਰੂ ਕਰਤੇ, ਪਰ ਕੋਰਸ ਨੂੰ ਸੰਭਾਲਣ ਲਈ ਉਹਨਾਂ ਦੇ ਕੋਲੋਂ ਇਨਫਰਾਸਟ੍ਰਕਚਰ ਨਹੀਂ ਹੈਗਾ। ਇਹ ਵੱਡਾ ਮੁੱਦਾ। ਅਸਲ ਬਾਕੀ ਸਭ ਉਹੀ ਜਾਬਾਂ ਦਾ ਭੇੜ ਹੈ, ਬਾਕੀ ਜਿਹੜਾ ਉਹੀ ਤਰ੍ਹਾਂ ਦੀਆਂ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ ਜੀ। ਇੱਥੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਜੋ ਯੂਨੀਵਰਸਿਟੀ ਤੇ ਆਰਥਿਕ ਸੰਕਟ ਹੈ ਉਸ ਨਾਲ ਕਿਸ ਨਾ ਕਿਸ ਤਰ੍ਹਾਂ ਨਜਿੱਠਿਆ ਜਾਵੇ। ਪੰਜਾਬ ਸਰਕਾਰ ਨੇ ਤਾਂ ਅਜੇ ਤੱਕ ਧਿਆਨ ਹੀ ਨਹੀਂ ਦਿੱਤਾ ਹੈਗਾ ਨਾ ਮੁੱਦਾ। ਹੁਣ ਇਹਦਾ ਮਤਲਬ ਕੀ ਹੈ ਕਿ ਜਦੋਂ ਮੁੱਦਾ ਬਹੁਤ ਗੰਭੀਰ ਬਣ ਜੂ ਪੰਜਾਬ ਸਰਕਾਰ ਕੀ ਉਦੋਂ ਧਿਆਨ ਦੇਊਗੀ। ਸੋ ਇਸ ਕਰਕੇ ਇਹ ਜਿਹੜੀ ਐਜੂਕੇਸ਼ਨ ਦੇ ਵੱਲ ਸਰਕਾਰਾਂ ਦੇ ਵੱਲੋਂ ਕੰਡ ਕਰਨੀ ਹੈ, ਉਹ ਵੀ ਇੱਕ ਵੱਡਾ ਇਸ਼ੂ ਹੈ ਜਿਹਦੇ ਕਰਕੇ ਸਾਰੀ ਸਮੱਸਿਆ ਜਿਹੜੀ ਪਈ ਹੈਗੀ ਆ, ਇਹਦੀਆਂ ਜੜ ਪਈ ਹੈਗੀ ਆ, ਤੇ ਇਹਦੇ ਵਿੱਚ ਗਲਤ ਲੋਕ ਨੇ ਜਿਹੜਾ ਉਹ ਆਪਣਾ ਜਿਹੜਾ ਹੈਗਾ ਫਾਇਦਾ ਚੁੱਕ ਰਹੇ ਹੈਗੇ ਨੇ ਜੀ। ਜੋ ਐਜੂਕੇਸ਼ਨ ਹੈ ਉਸਨੂੰ ਇੱਕ ਮੁੱਖ ਮੁੱਦਾ ਮੰਨ ਕੇ ਸਰਕਾਰਾਂ ਸੱਤਾ ਦੇ ਵਿੱਚ ਆਉਂਦੀਆਂ ਨੇ, ਪਰ ਉਸਨੂੰ ਹੀ ਫਿਰ ਅਣਦੇਖਿਆ ਕੀਤਾ ਜਾਂਦਾ ਹੈਗਾ। ਇਹ ਅਸਲ 'ਚ ਨਾ ਬਹੁਤ ਸੀਰੀਅਸ ਇਸ਼ੂ ਹੈਗਾ, ਟੀਚਰ ਸਟੂਡੈਂਟਸ ਦਾ ਰਿਲੇਸ਼ਨ ਦਾ, ਯੂਨੀਵਰਸਿਟੀਆਂ ਦੇ ਕ੍ਰਾਈਸਿਸ ਦਾ। ਤੇ ਫਿਰ ਇੱਕ ਵਿੱਚ ਦੀ ਇਹ ਵੀ ਹੈ ਕਿ ਜੀ ਦੇਖੋ ਜੀ ਸਰਜੀਤ ਕੁੜੀਆਂ ਦਾ ਸ਼ੋਸ਼ਣ ਕਰਦਾ, ਫਿਜ਼ੀਕਲ ਸ਼ੋਸ਼ਣ ਕਰਦਾ, ਉਹਦਾ ਕੋਈ ਸਬੂਤ ਨਹੀਂ ਹੈਗਾ। ਪਰ ਇਹ ਵੀ ਇੱਕ ਸੱਚ ਹੈ ਕਿ ਯੂਨੀਵਰਸਿਟੀਆਂ ਦੇ 80% ਤੋਂ ਉੱਪਰ ਮਰਦ ਟੀਚਰ ਬਦਨਾਮ ਨੇ। ਪਰ ਸਵਾਲ ਹੈ ਕਿ ਇਹਨੂੰ ਐਡਰੈਸ ਕਿਵੇਂ ਕੀਤਾ ਜਾਵੇ ਮਸਲੇ ਨੂੰ। ਇਹ ਤਾਂ ਕੋਈ ਇੱਕ ਨਹੀਂ ਨਾ ਕਰਦਾ, ਨਾ ਹੀ ਇੱਕ ਵਿਚਾਰਧਾਰਾ ਵਾਲਾ ਕਰਦੇ, ਤਾਂ 80% 'ਚ ਬਹੁਤ ਸਾਰੇ ਆ ਜਾਂਦੇ ਨੇ। ਪਰ ਉਹ ਸਰਜੀਤ ਬਾਰੇ ਤਾਂ ਕੋਈ ਸਬੂਤ ਨਹੀਂ ਆਇਆ, ਸਗੋਂ ਸਰਜੀਤ ਦਾ ਤਾਂ ਉਲਟਾ ਕੰਮ ਆ। ਸਰਜੀਤ ਤਾਂ ਜਦੋਂ ਕੁੜੀਆਂ ਨੂੰ 24 ਆਵਰਸ ਹੋਸਟਲ ਦੇ ਵਿੱਚ ਖੁੱਲ੍ਹਾ ਰੱਖਣ ਦੇ ਮੁੱਦਾ ਆਇਆ, ਕੁੜੀਆਂ ਨੇ ਚੁੱਕਿਆ, ਉਹਨੇ ਸਭ ਤੋਂ ਵੱਧ ਸਪੋਰਟ ਕਰਨ ਵਾਲਾ ਉਹ ਸੀਗਾ। ਕੁੜੀਆਂ ਦੇ ਆਜ਼ਾਦੀ ਦੇ ਇਸ਼ੂ ਨੂੰ ਲੈ ਕੇ, ਹੋਰ ਮਸਲਿਆਂ ਨੂੰ ਲੈ ਕੇ, ਜੈਂਡਰ ਦੀ ਬਰਾਬਰਤਾ ਨੂੰ ਲੈ ਕੇ ਸਰਜੀਤ ਸਭ ਤੋਂ ਅੱਗੇ ਹੁੰਦਾ। ਮਤਲਬ ਸਰਜੀਤ ਦੀ ਤਾਂ ਇਸ ਤਰ੍ਹਾਂ ਦੀ ਵੀ ਪਰਸਨੈਲਿਟੀ ਹੈ, ਲੇਕਿਨ ਜੇਕਰ ਸਰਜੀਤ ਦੇ ਬਾਰੇ ਕੋਈ ਸਬੂਤ ਹੈ ਫਿਰ ਤਾਂ ਗੱਲ ਕਰੋ, ਨਹੀਂ ਹੈਗਾ। ਪਰ ਉਹ ਬਦਕਲਾਮੀ ਵਾਲਾ ਬੰਦਾ ਹੈਗਾ, ਇਹ ਸੱਚ ਹੈਗਾ। ਇਸ ਕਰਕੇ ਜਿਹੜੀ ਸੱਚਾਈ ਆ ਉਹਨੂੰ ਟੱਕਣ ਲਈ ਪਤਾ ਨਹੀਂ ਕੀ ਕੁਛ ਚੱਲੀ ਜਾ ਰਿਹਾ। ਇਹ ਇੱਕ ਸੀਰੀਅਸ ਇਸ਼ੂ ਹੈ। ਇਹ ਤਿੰਨੇ ਅਲੱਗ-ਅਲੱਗ ਇਸ਼ੂ ਨੇ, ਇਹਨਾਂ ਨੂੰ ਇੱਕ ਵੱਖਰੇ ਢੰਗ ਨਾਲ ਹੈਂਡਲ ਕਰਨ ਦੀ ਲੋੜ ਆ। ਯੂਨੀਵਰਸਿਟੀ ਕ੍ਰਾਈਸਿਸ, ਉਹਦੇ ਵਿੱਚੋਂ ਸਾਰਾ ਕੁਛ ਨਿਕਲਿਆ ਹੋਇਆ। ਟੀਚਰ ਸਟੂਡੈਂਟ ਦਾ ਰਿਸ਼ਤਾ ਕਿੱਦਾਂ ਦਾ ਹੋਵੇ, ਇਹ ਤੇ ਦੂਜਾ ਜਿਹੜਾ ਹੈਗਾ ਕਿ ਆ ਜਿਹੜਾ ਸ਼ੋਸ਼ਣ ਵਾਲਾ ਮਾਮਲਾ, ਇਹ ਮਤਲਬ ਜੁੜਿਆ ਹੋਇਆ ਤੁਹਾਡੇ ਸਾਰੇ ਉਸ ਸਿਸਟਮ ਨਾਲ, ਐਜੂਕੇਸ਼ਨ ਸਿਸਟਮ ਨਾਲ, ਜਦ ਕਿ ਇਹਦਾ ਰਲ-ਗੱਡ ਕਰਕੇ ਆਪਣੇ ਤਰ੍ਹਾਂ ਨਾਲ ਇਹਨੂੰ ਖਿੱਚ ਕੇ ਕੁਝ ਹੋਰ ਬਣਾ ਦਿੱਤਾ ਗਿਆ। ਮਤਲਬ ਜਿਹੜੀ ਸੀਰੀਅਸ ਡਿਬੇਟ ਸੀਗੀ ਉਹਨੂੰ ਇੱਕ ਬਹੁਤ ਜਿਹਨੂੰ ਕਹਿੰਦੇ ਆ ਕਿ ਅਸ਼ਲੀਲ ਕਿਸਮ ਦੀ ਡਿਬੇਟ ਬਣਾ ਕੇ ਰੱਖ ਦਿੱਤੀ ਅਸੀਂ ਜੀ। ਜਵਿੰਦਰ ਜੀ ਨੇ ਅਹਿਮ ਮੁੱਦਿਆਂ ਤੇ ਖਬਰਾਂ ਤੇ ਚਰਚਾ ਕਰਨ ਲਈ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਲਵਦੀਪ, ਮਿਹਰਬਾਨੀ ਜੀ। ਖਬਰ ਪੁਆਇੰਟ ਦੇ ਅੱਜ ਦੇ ਐਪੀਸੋਡ 'ਚ ਫਿਲਹਾਲ ਇੰਨਾ ਹੀ। ਹੋਰ ਖਬਰਾਂ ਤੇ ਅਹਿਮ ਮੁੱਦੇ ਲੈ ਕੇ ਜਲਦ ਹਾਜ਼ਰ ਹੋਵਾਂਗੇ। ਉਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।